अपनी गड्डी अंदर लियाओ। ਅਸੀਂ ਜਦੋਂ ਗੱਡੀ ਅੰਦਰ ਲੈ ਕੇ ਆਉਣ ਲੱਗੇ ਸੀਗੇ ਉੱਥੇ ਪੁਲਿਸ ਪ੍ਰਸ਼ਾਸਨ ਪਹਿਲਾਂ ਤੋਂ ਖੜਾ ਸੀਗਾ ਜੀ। ਚਲੋ ਅਸੀਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ, ਅਸੀਂ ਉਹਨਾਂ ਨੂੰ ਨਹੀਂ ਕੁਝ ਵੀ ਕਹਿੰਦੇ। ਪਰ ਗੱਲ ਇਹ ਹੈ ਵੀ ਜਿਹੜਾ ਆਪੋਜ਼ਿਟ ਗਰੁੱਪ ਸੀ ਉੱਥੇ ਕਲੈਸ਼ ਹੋਣ ਦਾ ਉੱਥੇ ਪੂਰਾ ਬਣ ਗਿਆ। ਸਾਡੇ ਇੱਕ ਬੰਦਾ ਖਾਂਦੀ ਭਾਜੀ ਹੈ ਜੀ, ਉਹਨਾਂ ਦੇ ਘਧੁੰਨ ਮੁੱਕਾ ਕੀਤਾ ਅਜੀਤ ਸਿੰਘ ਧੋਤਾ ਤੇ ਉਹਦੇ ਬੰਦਿਆਂ ਨੇ ਜੀ। ਉੱਥੇ ਫਿਰ ਜਦੋਂ ਪੁਲਿਸ ਆ ਗਈ ਫਿਰ ਚਲੋ ਉੱਥੋਂ ਸਪਰੇਟ ਹੋ ਗਏ। ਫਿਰ ਚਲੋ ਐਸਐਸਪੀ ਮੈਡਮ ਕੋਲ ਸਾਰੀ ਅਸੀਂ ਗੱਲ ਕੀਤੀ ਹੁਣ ਚੰਦੂ ਮਾਜਰਾ ਸਾਹਿਬ ਬਾਦ ਸਾਹਿਬ ਡਾਕਟਰ ਸੁੱਖੀ ਜੀ ਸਾਰੇ ਜਾ ਕੇ ਹੁਣ ਉੱਥੇ ਗੱਲ ਕਰਾਂਗੇ ਜੀ। ਐਸਐਸਪੀ ਮੈਡਮ ਨੂੰ ਪੁੱਛਾਂਗੇ ਜੋ ਵੀ ਦੇਖੋ ਇਹ ਤੋਂ ਵੱਡੇ ਮਤਲਬ ਕੀ ਸਬੂਤ ਹੋ ਸਕਦਾ ਵੀ ਪ੍ਰਧਾਨ ਨੇ ਲਾਲੀ ਜੀ ਨੂੰ ਵੀ ਆਪ ਕਿਹਾ ਵੀ ਤੁਸੀਂ ਜਿੰਨਾ ਥਾਂ ਛੱਡ ਦਿਓ ਤੇ ਤੁਹਾਡੇ ਨਾਲ ਕੋਈ ਰੌਲਾ ਨਹੀਂ, ਤੇ ਜੇ ਤੁਸੀਂ ਥਾਂ ਸਾਡਾ ਰੌਲਾ ਹੀ ਕਹੇ ਤੁਹਾਡੇ ਨਾਲ ਥਾਂ ਕਰਕੇ ਇੱਕ ਹਲਕਾ ਵਿਧਾਇਕ ਮਤਲਬ ਇਸ ਹੱਦ ਤੱਕ ਜਿੰਨੀ ਹੱਦ ਤੱਕ ਜਾਵੇ ਇਹਦਾ ਮਤਲਬ ਠੀਕ ਨਹੀਂ ਨਾ। ਨਹੀਂ ਇਸ ਟਾਈਮ ਜਿਹੜੀ ਯੂਨੀਅਨ ਦੀ ਜਗ੍ਹਾ ਦਾ ਰੌਲਾ ਹੈ ਜਿਹੜਾ ਉਹਦੀ ਲੜਾਈ ਕੌਣ ਲੜ ਰਿਹਾ? ਨਹੀਂ ਅਸੀਂ ਨਹੀਂ ਕੌਣ ਟਰੱਕ ਆਪਰੇਟਰ ਵੈਲਫੇਅਰ ਸੁਸਾਇਟੀ ਦੇ ਨਾਂ ਤੇ ਆਪਾਂ ਸਟੇ ਲਿਆ ਜੀ। ਦਾ ਟਰੱਕ ਆਪਰੇਟਰ ਵੈਲਫੇਅਰ ਸੁਸਾਇਟੀ ਹੀ ਆਪਣੀ ਜਿਹੜੀ ਯੂਨੀਅਨ ਦੀ ਜਗ੍ਹਾ ਉਹਦੀ ਦੇਖ ਰੇਖ ਟਰੱਕ ਆਪਰੇਟਰ ਵੈਲਫੇਅਰ ਸੁਸਾਇਟੀ ਦੇ ਨਾਂ ਤੇ ਕੀਤਾ ਜਾ। ਇੱਕ ਗੱਲ ਕਹੀ ਜਾ ਰਹੀ ਵੀ ਤੁਹਾਡੇ ਨਾਲ ਟਰੱਕ ਘਾਟੇ ਉਹਨਾਂ ਨਾਲ ਜਾ ਰਹੀ ਹੈ, ਇਹ ਕਹਿੰਦੇ ਇਹ ਸੁਸਾਇਟੀ ਹੈ ਜੀ। ਹੁਣ ਯੂਨੀਅਨ ਜੋਰ ਅਜਮਾਇਸ਼ ਤਾਂ ਰਹਿ ਨਹੀਂ ਗਈ ਜੀ। ਹੁਣ ਇਹ ਤਾਂ ਇੱਕ ਮਿੰਟ ਇਹ ਸੁਸਾਇਟੀ ਹੈ ਜੀ। ਹੁਣ ਸੁਸਾਇਟੀ ਦੇ ਵਿੱਚ ਕਈ ਵਾਰੀ ਹੁਣ ਇੱਕ ਮਿੰਟ ਤੁਹਾਨੂੰ ਫੋਰ ਐਨ ਐਗਜ਼ਾਮਪਲ ਦਿੰਦਾ। ਹੁਣ ਠੇਕੇਦਾਰਾਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਭਾਈ ਜੇ ਇਹਨਾਂ ਦੀਆਂ ਗੱਡੀਆਂ ਲਈਆਂ ਤੇ ਤੁਹਾਡਾ ਅਸੀਂ ਟੈਂਡਰ ਕੈਨਸਲ ਕਰਾਵਾਂਗੇ। ਹੁਣ ਜਿਹੜੇ ਅੰਗਦ ਦੇ ਜਿਹੜਾ ਗਰੁੱਪ ਦੇ ਹੁਣ 40-50 ਪਰਿਵਾਰ ਇਦਾਂ ਦੇ ਆ ਜਿਹੜੇ ਕਿ ਜਿਨ੍ਹਾਂ ਦਾ ਰੋਜ਼ੀ ਰੋਟੀ ਜਿਹੜੀ ਚੱਲਦੀ ਗੱਡੀਆਂ ਦੇ ਸਿਰ ਤੋਂ ਚੱਲਦੀ, ਉਹਨਾਂ ਕੋਲ ਜ਼ਮੀਨ ਹੈ ਨਹੀਂ। ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਸਾਨੂੰ ਪਤਾ ਤੁਸੀਂ ਸਾਡੇ ਆ, ਕੋਈ ਨਹੀਂ ਕੰਮ ਚੱਲਦਾ, ਤੁਸੀਂ ਕੰਮ ਚਲਾਓ। ਅਸੀਂ ਕਿਸੇ ਦੀ ਢਿੱਡ ਤੇ ਨਹੀਂ ਅਸੀਂ ਲੱਤ ਮਾਰਨੀ ਚਾਹੁੰਦੇ। ਅੰਗਦ ਨੇ ਤਾਂ ਠੇਕਾ ਹੀ ਲੈ ਲਿਆ ਵੀ ਲੋਕਾਂ ਦੀ ਰੋਟੀ ਖਾਣੀ ਆ, ਲੋਕਾਂ ਦੇ ਢਿੱਡ ਤੇ, ਪਰ ਅਸੀਂ ਉਹਦੀ ਨੀਤ ਨਹੀਂ। ਜਿਹੜਾ ਜਵਾਬ ਵੀ ਖੜਾ ਕੀਤਾ ਨਾ ਟਰੱਕ ਯੂਨੀਅਨ ਦੇ ਵਿੱਚ ਸੁਸਾਇਟੀ ਦੇ ਨਾਲ ਜੋ ਵੀ ਕੀਤਾ ਉਹ ਵੀ ਜ਼ਮੀਨ ਤੇ ਕਬਜ਼ਾ ਕਰ ਲਏ, ਥਾਂ ਤੇ ਕਬਜ਼ਾ ਕਰ ਲਈ, ਇਹ ਇੱਕ ਸਾਜ਼ਿਸ਼ ਦਾ ਹਿੱਸਾ ਨਹੀਂ। ਇਹ ਨਹੀਂ ਹੈ ਵੀ ਕੋਈ ਟਰੱਕ ਯੂਨੀਅਨ ਦੇ ਤਰੀਕੇ ਨਾਲ ਬਦਲਦੇ ਰਹਿੰਦੇ ਆਉਂਦੇ ਰਹਿੰਦੇ ਆ, ਪਰ ਇਹ ਗੱਚ ਗੁੱਠਾ ਦੇ ਕੇ ਇਹਨਾਂ 'ਚ ਦਫਾੜ ਕਰਕੇ ਇਹਨਾਂ 'ਚ ਫਰਕ ਪਾ ਕੇ ਇਹ ਜ਼ਮੀਨ ਅਸਲ 'ਚ ਤਾਂ ਇਹ ਜ਼ਮੀਨ ਹਟਾਉਣ ਦਾ ਟੀਚਾ ਮਨਸ਼ਾ 7-8 ਮਹੀਨੇ ਪਹਿਲਾਂ ਹੀ ਇਹ ਗੱਲ ਚੱਲੀ ਸੀ। ਮੈਨੂੰ ਕਹਿੰਦੇ ਸੀ ਵੀ ਜਗ੍ਹਾ, ਮੈਂ ਕਿਹਾ ਜੀ ਕੋਈ ਗੱਲ ਨਹੀਂ, ਸਾਨੂੰ ਸੁਸਾਇਟੀ ਯੂਨੀਅਨ ਨੂੰ ਤੁਸੀਂ 4 ਕਿੱਲੇ ਜਗ੍ਹਾ ਲੈ ਦਿਓ ਤੇ ਅਸੀਂ ਤੁਹਾਨੂੰ ਇਹ ਛੱਡ ਦਿਆਂਗੇ, ਕੋਈ ਗੱਲ ਨਹੀਂ, ਸਾਡੀ ਕੋਈ ਪ੍ਰੋਬਲਮ ਨਹੀਂ ਹੈ। ਡੀਸੀ ਮੈਮ ਨਾਲ ਗੱਲ ਹੋਈ, ਡੀਸੀ ਮੈਡਮ ਨਾਲ ਵੀ ਗੱਲ ਹੋਈ ਸੀਗੀ। ਅੰਗਦ ਨੇ ਮੈਨੂੰ ਫੋਨ ਕੀਤਾ ਸੀ, ਮੈਂ ਵੀ ਆਪਣੀ ਸੁਸਾਇਟੀ ਦੇ ਮੈਂਬਰ ਜਿਹੜੇ ਸੀ ਉਹ ਭੇਜੇ ਉਹਨਾਂ ਕੋਲ 2 ਮੈਂਬਰਾਂ ਨੂੰ ਕਹਿੰਦਾ ਵੀ ਮੈਂ ਇਕੱਲੇ ਨੇ ਗੱਲ ਕਰਦੀ, ਦੋਨੋਂ ਅੰਦਰ ਲੈ ਗਏ ਆ ਬੈਠੇ ਬੈਰਸਿੰਗ ਵਾਲੇ ਚਾਚਾ ਜੀ ਇਹ ਵੀ ਨਾਲ ਹੀ ਆ। ਉਹ ਜਦ ਅੰਦਰ ਜਾ ਕੇ ਕਹਿੰਦਾ ਜੀ ਮੈਂ ਤੁਹਾਡੇ ਦੋਹਾਂ ਨਾਲ ਗੱਲ ਕਰਦਾ, ਤੁਸੀਂ ਪ੍ਰੇਮ ਗਾਂਧੀ ਵਾਲੀ ਜਗ੍ਹਾ ਤੇ ਕਬਜ਼ਾ ਕਰ ਲਓ ਜਿਹੜੀ ਆਪਣੀ ਬਹਿੰਦੇ ਮਾਲ ਹੋ ਗਈ ਆ 7 ਕਿੱਲੇ। ਅਸੀਂ ਕਿਹਾ ਅਸੀਂ ਕਬਜ਼ੇ ਵਾਲੇ ਨਾਲ ਵੀ ਕੰਮ ਕਰਨਾ, ਸਾਨੂੰ ਤਾਂ ਤੁਸੀਂ ਜਗ੍ਹਾ ਲੈ ਦਿਓ, ਇਹ ਕਰੋੜਾਂ ਦੀ ਜਗ੍ਹਾ 4 ਨਹੀਂ ਸਾਨੂੰ 2 ਕਿੱਲੇ ਲੈ ਦਿਓ। ਫਿਰ ਅਸੀਂ ਉਹ ਭੇਜੇ, ਕਹਿੰਦੇ ਨਹੀਂ ਅੰਕਲ ਮੈਨੂੰ ਫੋਨ ਆਇਆ ਉੱਥੇ ਨਿਜ਼ਾਮਾਬਾਦ ਮੈਂ ਸੀਗਾ, ਮੈਂ ਆਪਣੇ ਕੰਮ ਤੇ ਗਿਆ, ਇਹ ਤੋਂ ਫੋਨ ਕਰਵਾਇਆ, ਕਹਿੰਦਾ ਮੈਨੂੰ ਅੰਕਲ ਕਰਨਾ ਕਿ ਨਹੀਂ ਕਰਨਾ। ਮੈਂ ਕਿਹਾ ਬੇਟਾ ਇੱਦਾਂ ਮੈਂ ਕਦੇ ਵੀ ਝੁੱਕ ਕੇ ਨਹੀਂ ਕਰੂੰਗਾ, ਔਰ ਮੈਂ ਮੂੰਹ ਕਾਲਾ ਨਹੀਂ ਕਰਾਉਣਾ ਲੋਕਾਂ ਦੇ ਮੂਹਰੇ। ਲੋਕ ਸਾਰੇ ਮੈਨੂੰ ਕਹਿੰਦੇ ਆ ਵੀ ਤੁਸੀਂ ਸਰਦਾਰ ਜੀ ਲੜਾਈ ਲੜੋ, ਅਸੀਂ ਤੁਹਾਡੇ ਨਾਲ ਆ। ਜਦ ਇਹ ਰੋਜੀ ਰੋਟੀ ਤੇ ਗੱਲ ਆ ਜਾਂਦੀ ਫਿਰ ਬੰਦੇ ਦੀ ਮਜਬੂਰੀ ਬਣ ਜਾਂਦੀ ਆ। ਸਾਰੇ ਬੰਦਿਆਂ ਨੇ ਕਹਿ ਕੇ ਮੈਨੂੰ ਖੜਾ ਕਰਕੇ ਆਪਾਂ ਅਸੀਂ ਕੀਤਾ ਇਹ ਕੰਮ, ਸਟੇ ਲੈ ਲਿਆ, ਸਭ ਕੁਝ ਹੋ ਗਿਆ। ਜਦ ਸਟੇ ਆ ਗਿਆ ਤਾਂ ਵਕੀਲ ਨੂੰ ਫੋਨ ਕੀਤਾ, ਇਹ ਸਟੇ ਕਿੱਦਾਂ ਟੁੱਟ ਸਕਦਾ, ਤੜਾਓ ਇਹਨੂੰ ਜਿੱਦਾਂ ਮਰਜ਼ੀ ਕਰੋ। ਜਦੋਂ ਕੁਛ ਨਹੀਂ ਹੱਥ ਕੰਡਾ ਚੱਲਿਆ ਤਾਂ ਫਿਰ ਇਹਨੇ ਯੂਨੀਅਨ ਪਾੜ ਕੇ ਹੁਣੇ ਲੋਕਾਂ ਨੂੰ ਵਪਾਰੀਆਂ ਨੂੰ ਇਹ ਕਰ ਰਿਹਾ ਕਿ ਯੂਨੀਅਨ ਤਾਂ ਮੇਰੀ ਆਪਣੀ ਆ, ਇਹਦਾ ਅਸਲੀ ਦੇਖ ਰੱਖ ਤਾਂ ਮੈਂ ਕਰ ਰਿਹਾ, ਇਹ ਤਾਂ ਜਿਹੜੇ ਪ੍ਰਧਾਨ ਬਣਾਏ ਆ ਜਾਂ ਹੋਰ ਵਾਈਸ ਪ੍ਰਧਾਨ ਬਾਕੀ ਮੈਂਬਰ ਜਿਹੜੇ ਆ ਉਹ ਮੈਂ ਫਰਜ਼ੀ ਬਣਾਇਓ, ਅਸਲੀ ਪ੍ਰਧਾਨ ਤਾਂ ਮੈਂ ਆ। ਕੌਣ ਕਹਿ ਰਿਹਾ ਹੈ? ਅੰਗਦ ਕਹਿ ਰਿਹਾ ਜੀ। ਅਸੀਂ ਦੱਸਣਾ ਚਾਹੁੰਦੇ ਸਾਨੂੰ ਵੀ ਦੇਖੋ ਜਿਹੜਾ ਇਹਨਾਂ ਦੇ ਸਟੇ ਹੈਗੇ ਨੇ, ਪਹਿਲਾ ਸਟੇ ਇਹਨਾਂ ਦਾ ਇਹਨਾਂ ਨੂੰ ਹੋਇਆ ਜ਼ਮੀਨ ਤੇ, ਉਹਨੇ ਕਿਹਾ ਵੀ ਇਹਦੇ ਉੱਤੇ ਦਖਲ ਨਹੀਂ ਦੇ ਸਕਦੇ, ਉਹ ਸਟੇ ਦੀ ਕਾਪੀ ਸਾਡੇ ਕੋਲ ਹੈ। ਉਹਦੇ ਬਾਵਜੂਦ ਵੀ ਜਿਹੜਾ ਇਹਦੀਆਂ ਕਾਪੀਆਂ ਤੁਹਾਨੂੰ ਸਾਰਿਆਂ ਨੂੰ ਅਸੀਂ ਦਿੰਦੇ ਹਾਂ ਕਿ ਉਹ ਕੋਰਟ ਦਾ ਸਟੇ ਆ ਵੀ ਇੱਥੇ ਦਖਲ ਨਹੀਂ ਦੇ ਸਕਦੇ ਜ਼ਮੀਨ ਤੇ, ਇਸ ਸੁਸਾਇਟੀ ਦਾ ਕਬਜ਼ਾ ਟਰੱਕ ਯੂਨੀਅਨ ਦਾ ਜਿਹੜੇ ਪਹਿਲੇ ਆ ਉਹਨਾਂ ਦਾ ਕਬਜ਼ਾ ਦਖਲ ਨਹੀਂ ਦੇ ਸਕਦੇ, ਲੇਕਿਨ ਉਹ ਫੇਰ ਨਹੀਂ ਹਟਦਾ। ਦੂਜਾ ਜਿਹੜਾ ਹੈਗਾ ਉਹਨੇ ਕੀਤਾ ਸੀਗਾ ਆਪਣਾ ਇਹਦਾ ਉਹ DFC ਤਾਂ ਹਾਂ, ਦੂਸਰਾ ਉਹਨੇ DFC ਨੇ ਦੇਖ ਕੇ ਦਿੱਤਾ, DFC ਨੂੰ ਕਿਹਾ ਵੀ ਇਹਨਾਂ ਦਾ ਕਿਸ ਤਰ੍ਹਾਂ ਵੀ ਕਰ, ਤੂੰ ਜੋ ਵੀ ਕਰਨਾ ਕਰ, ਇਹਨਾਂ ਦਾ ਕਬਜ਼ਾ ਹਟਾ, ਇਹਨਾਂ ਦੇ ਬੰਦ ਕਰ।
ਪਰਚੇ ਕਰ ਦਰਜਾ ਕਰ ਜਦ ਕਿ ਉਹਦਾ ਕੋਈ ਰਾਈਟ ਨਹੀਂ ਜੋ ਕੋਈ ਦੀ ਜੁਰਿਸਡਿਕਸ਼ਨ ਡੀਐਫਸੀ ਤੇ ਕੋਈ ਜੁਡੀਸ਼ੀਅਲ ਨਹੀਂ ਬਣਦੀ ਬਣਦੀ ਨਹੀਂ ਹੈ ਕੋਈ ਕੋਰਟ ਨੇ ਵੀ ਕਹਿ ਦਿੱਤਾ ਵੀ ਤੇ ਕੋਈ ਜੁਡੀਸ਼ੀਅਲ ਨਹੀਂ ਹੈ ਡੀਐਫਸੀ ਦੀ ਉਹਦੇ ਲਈ ਵੀ ਸਟੇ ਮਿਲ ਗਿਆ ਉਹਨੇ ਕਹਿਤਾ ਵੀ ਨਹੀਂ ਤੁਸੀਂ ਕੋਈ ਦਖਲ ਨਹੀਂ ਇਹ 'ਚ ਦੇ ਸਕਦੇ ਤੀਜਾ ਇਹਨਾਂ ਨੇ ਕਿਹਾ ਸੀਗਾ ਕਿ ਇੱਥੇ ਜਿਹੜਾ ਹੈਗਾ ਕੋਰਟ ਕੀਤਾ ਸੀ ਇਹਨਾਂ ਨੇ ਹਾਈ ਕੋਰਟ 'ਚ ਕਿ ਜਿਹੜਾ ਇਹ ਆਪਣੇ ਅਜੀਤ ਸਿੰਘ ਹੈਗਾ ਸੋਤਾ ਤੇ ਦੂਜੇ ਨਾਲ ਇਕਬਾਲ ਸਿੰਘ ਆ ਉਹ ਆ ਕੇ ਦਖਲ ਦਿੰਦੇ ਨੇ ਤੇ ਸੁਸਾਇਟੀ ਸਾਡੀ ਜਿਹੜੀ ਉੱਥੇ ਇੰਨੀ ਸੁਸਾਇਟੀ ਖੋਲ੍ਹੀ ਦਫ਼ਤਰ ਉੱਥੇ ਜੋ ਕਰਨਾ ਕਰੀ ਜਾਣ ਲੇਕਿਨ ਇੱਥੇ ਦਖਲ ਨਾ ਦੇਣ ਉਹਦਾ ਵੀ ਸਟੇ ਹੈਗਾ ਉਹਦੀ ਵੀ ਕਾਪੀ ਤੁਹਾਨੂੰ ਦੇਵਾਂਗੇ ਇਹਦਾ ਕਾਪੀਆਂ ਕਰਾ ਦਿਓ ਸਾਰਿਆਂ ਨੂੰ ਪ੍ਰੋਵਾਈਡ ਕਰਾ ਦਿੰਦਾ ਜੀ ਮੈਂ ਕਾਪੀ ਇੰਨਾ ਹੋਣ ਦੇ ਬਾਵਜੂਦ ਵੀ ਐਮਐਲਏ ਜਿਹੜਾ ਹੈਗਾ ਉਹਨੇ ਇੱਕੋ ਸੋਚਿਆ ਕਿ ਮੈਂ ਪੈਸੇ ਇਕੱਠੇ ਕਰਨੇ ਜ਼ਮੀਨਾਂ ਨੂੰ ਗਵਰ ਕਰਨੀਆਂ ਦੱਬਣੀਆਂ ਲੋਕਾਂ ਦੀਆਂ ਨਾਲ ਧੱਕੇ ਕਬਜ਼ੇ ਕਰਨੇ ਜਿੰਦੇ ਤੋੜਨੇ ਤਾਲੇ ਲਾਉਣੇ ਮੀਟਰ ਲਾਉਣੇ ਹਰ ਢੰਗ ਪਤਾ ਨਹੀਂ ਸਮਝ ਨਹੀਂ ਆਈ ਹੈ ਕੀ ਕਰਦਾ ਕਿਉਂਕਿ ਉਹ ਇਹਦਾ ਹਾਲ ਤਾਂ ਹੋਇਆ ਕਿ ਉਧਰ ਇੰਨਾ ਇਲੀਗਲ ਮਾਈਨਿੰਗ ਕਰ ਰਿਹਾ ਉੱਥੇ ਫੜ ਵੀ ਹੋ ਗਿਆ ਫਿਰ ਵੀ ਤਬਾਹ ਕਰਦਾ ਉੱਪਰ ਕੈਪਟਨ ਸਾਹਿਬ ਨੂੰ ਪਤਾ ਸਾਰੇ ਅਫਸਰਾਂ ਨੂੰ ਪਤਾ ਵੀ ਕੀ ਕਰਦਾ ਇੱਥੇ ਅਸੀਂ ਬਹੁਤ ਧੰਨਵਾਦੀ ਹਾਂ ਇਸ ਐਡਮਿਨਿਸਟ੍ਰੇਸ਼ਨ ਦੇ ਇੱਥੇ ਡੀਸੀ ਸਾਹਿਬ ਮੈਡਮ ਡੀਸੀ ਦੇ ਮੈਡਮ ਐਸਐਸਪੀ ਦੇ ਜਿਨ੍ਹਾਂ ਕਰਕੇ ਅਸੀਂ ਇੱਥੇ ਬੈਠੇ ਹਾਂ ਅੱਜ ਤੱਕ ਜਿਹੜਾ ਕਿ ਸਾਡੇ ਹੱਕ ਜਿੰਨੇ ਹੱਕ ਆ ਸਾਡੇ ਜਿੰਨੇ ਇੰਟਰਸਟ ਦਾ ਮਤਲਬ ਬਾਤ ਕਰਦੇ ਜੋ ਸਹੀ ਕੰਮ ਹੈ ਉਹ ਕਰਦੇ ਗਲਤ ਕੰਮ ਉਹ ਨਹੀਂ ਕਰਦੇ ਹੋਏ ਇਹਨਾਂ ਕਰਕੇ ਦੋ ਅਫਸਰਾਂ ਕਰਕੇ ਅਸੀਂ ਮੈਂ ਪੁਰਜੋਰ ਕਹਿ ਸਕਦਾ ਵੀ ਜਿਨ੍ਹਾਂ ਨਾਲ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਕਿਉਂਕਿ ਸਾਡੀ ਹਰ ਜਾਇਜ਼ ਗੱਲ ਕਰਦੇ ਨਜਾਇਜ਼ ਨਹੀਂ ਹਰ ਗੱਲ ਜਾਇਜ਼ ਕਰਦੇ ਆ ਤੇ ਸਾਡੀ ਸੁਣਦੇ ਆ ਜੋ ਸਹੀ ਆ ਉਹ ਕਰਦੇ ਆ ਸੋ ਅਸੀਂ ਜਿਹੜਾ ਹੈਗਾ ਹਾਈ ਕਮਾਂਡ ਤੋਂ ਜਾਵਾਂਗੇ ਵੀ ਠੀਕ ਹੈ ਅਫਸਰ ਬਹੁਤ ਵਧੀਆ ਨੇ ਸਾਰੇ ਤੇ ਦੂਜੀ ਗੱਲ ਜਿਹੜੀ ਆ ਇਹਦਾ ਤਾਂ ਪਹਿਲਾਂ ਮਾਈਨਿੰਗ ਦੇ ਪੈਸੇ ਇਕੱਠੇ ਕੀਤੇ ਹੁਣ ਜ਼ਮੀਨਾਂ ਹੜਪ ਕਰਕੇ ਪੈਸੇ ਇਕੱਠੇ ਕੀਤੇ ਠੇਕੇਦਾਰਾਂ ਦਾ ਇਕੱਠੇ ਕੀਤੇ ਮੈਂ ਹੈਰਾਨ ਹਾਂ ਬੱਸ ਸਟੈਂਡ ਤੋਂ ਪੈਸੇ ਇਕੱਠੇ ਕਰ ਰਿਹਾ ਉੱਥੇ ਜਾ ਕੇ ਬੰਦੇ ਵੀ ਵੰਡੇ ਨੇ ਇੱਕ ਕੁਛ ਆਪਣੇ ਬੰਦਿਆਂ ਨੂੰ ਤਹਿਸੀਲ ਵੰਡੀ ਆ ਕੁਛ ਨੂੰ ਇਹਨਾਂ ਨੇ ਆਪਣਾ ਡੀਸੀ ਦਾ ਦਫ਼ਤਰ ਵੰਡਿਆ ਐਸਡੀਐਮ ਡੀਸੀ ਦਾ ਕੁਛ ਨੂੰ ਬੱਸ ਸਟੈਂਡ ਵੰਡੇ ਆ ਉੱਥੋਂ ਪੈਸੇ ਲੈਂਦੇ ਆ ਮੈਂ ਕਿਸੇ ਅਫਸਰ ਨਾਲ ਗੱਲ ਕੀਤੀ ਵੀ ਬੱਸ ਸਟੈਂਡ ਤੋਂ ਪੈਸੇ ਲੈਂਦਾ ਜੀ ਉੱਥੋਂ ਕਿੱਦਾਂ ਲੈਂਦਾ ਉੱਥੇ ਬੰਦੇ ਛੱਡੇ ਆ ਜਿਹੜੀ ਪ੍ਰਾਈਵੇਟ ਬੱਸ ਆਉਂਦੀ ਆ ਉਹਦਾ 6 ਮਿੰਟ ਦਾ ਟਾਈਮ ਹੁੰਦਾ ਹਰ ਇੱਕ ਬੱਸ ਦਾ ਖੜ੍ਹਨ ਦਾ ਉਹਨੂੰ ਕਹਿਣਾ ਤੂੰ ਰੁਕ ਲਾ 10 ਮਿੰਟ ਰੁਕ ਲਾ ਉਹਨਾਂ ਨੇ ਠੇਕਾ ਕੀਤਾ ਵੀ ਤੁਹਾਡੀ ਬੱਸ ਜਿਹੜੀ ਉੱਥੇ 10 ਮਿੰਟ ਕਿਹੜੀ ਹੋਊਗੀ ਉਹ ਜਿਹੜੀ ਸਰਕਾਰੀ ਬੱਸ ਆ ਉਹ ਜੇ ਤਿਆਰ ਵੀ ਹੋ ਤੇ ਸਵਾਰੀਆਂ ਲਾ ਲੈਣੀਆਂ ਵੀ ਉੱਤਰਿਆ ਉੱਥੇ ਨਹੀਂ ਆ ਪਹਿਲਾਂ ਚੜੀ ਆ ਚਾ ਜਾਓ ਉਹ ਪ੍ਰਾਈਵੇਟ ਗਵਰਨਮੈਂਟ ਵਾਲੀਆਂ ਬੱਸਾਂ ਜੋ ਸਵਾਰੀਆਂ ਲਾ ਕੇ ਜਿਹੜੀਆਂ ਉਹ ਪ੍ਰਾਈਵੇਟ ਬੱਸਾਂ ਉਠਾਈ ਜਾਣੀਆਂ ਉਹਨਾਂ ਕੰਪਨੀਆਂ ਨੇ ਠੇਕਾ ਕੀਤਾ ਇਹਨਾਂ ਨੇ ਇਸ ਤਰ੍ਹਾਂ ਮੈਂ ਤਾਂ ਹੈਰਾਨ ਆ ਵੀ ਇੰਨਾ ਕਿਹੜਾ ਤਰੀਕਾ ਸੀ ਇਹ ਤਾਂ ਉਹ ਕਾਰੂ ਬਾਦਸ਼ਾਹ ਸੀਗਾ ਇੱਕ ਦਫਾ ਉਹ ਕਹਿੰਦਾ ਮੈਂ ਦੁਨੀਆ ਦਾ ਸਾਰਾ ਧਨ ਇਕੱਠਾ ਕਰਨਾ ਤੇ ਉਹਨੇ ਸ਼ੁਰੂ ਕਰਤਾ ਸਾਰਾ ਦੁਨੀਆ ਦਾ ਧਨ ਇਕੱਠਾ ਕਰ ਲਿਆ ਬਾਦਸ਼ਾਹ ਸੀ ਉਹ ਮਗਰੋਂ ਕਹਿਣ ਲੱਗਾ ਆਪਣੀ ਮਾਂ ਨੂੰ ਕਹਿੰਦਾ ਵੀ ਹੁਣ ਕੋਈ ਕਿਸੇ ਕੋਲ ਪੈਸਾ ਨਹੀਂ ਰਹਿ ਗਿਆ ਹੋਣਾ ਉਹ ਕਹਿੰਦੀ ਨਹੀਂ ਰਹਿ ਗਿਆ ਪੈਸਾ ਕਿੱਥੇ ਕਹਿੰਦੀ ਜਿੰਨੇ ਆਪਾਂ ਮੁਰਦੇ ਦੱਬੇ ਆ ਉਹਨਾਂ ਦੇ ਮੂੰਹ 'ਚ 1 ਰੁਪਈਆ ਪਾ ਕੇ ਦੱਬੇ ਆ ਉਹਨੇ ਉਹ ਮੁਰਦੇ ਪੱਟ ਕੇ ਵੀ ਜਿਹੜਾ ਉਹਨਾਂ ਦੇ ਮੂੰਹ 'ਚੋਂ ਵੀ 1 ਰੁਪਈਆ ਕੱਢ ਲਿਆ ਉਹ ਹਾਲ ਇਹਦਾ ਕਾਰੂ ਬਾਦਸ਼ਾਹ ਵਾਲਾ ਮਗਰੋਂ ਜਦੋਂ ਕਾਰੂ ਬਾਦਸ਼ਾਹ ਮਰਿਆ ਉਹ ਕਹਿੰਦਾ ਮੇਰੇ ਨੂੰ ਹੱਥ ਖਾਲੀ ਕਰਕੇ ਕਫਨ ਤੋਂ ਬਾਹਰ ਕੱਢ ਕੇ ਖਾਲੀ ਲੁਕਾ ਕੇ ਤਾਂ ਮੈਨੂੰ ਬਾਹਰ ਦੱਬਦਾ ਸੋ ਇਸ ਲਈ ਮੈਂ ਸਮਝ ਨਹੀਂ ਆਉਂਦੀ ਅਰੇ ਇਹ ਨੌਜਵਾਨ ਹੈ ਇਹਨਾਂ ਦਾ ਫਿਊਚਰ ਬਣਾਉਂਦਾ ਪਰ ਮੈਂ ਆਪਣਾ ਰੈਪੂਟੇਸ਼ਨ ਇੰਨਾ ਖਰਾਬ ਕਰ ਰਿਹਾ ਸਾਰੇ ਸਮਾਜ ਵਿੱਚ ਸਾਰੇ ਅਫਸਰਾਂ ਵਿੱਚ ਸਾਰੇ ਦੁਨੀਆ ਵਿੱਚ ਮਤਲਬ ਆਲ ਓਵਰ ਪੰਜਾਬ ਨੇ ਆਲ ਓਵਰ ਇੰਡੀਆ ਪੁੱਛ ਲਓ ਕਿ ਉਹ ਸਾਹਮਣੇ ਦਾ ਰੈਪੂਟੇਸ਼ਨ ਕੀ ਹੈ ਉਹ ਸਾਰੇ ਕਹਿੰਦੇ ਯਾਰ ਬਹੁਤ ਮਾੜਾ ਬੰਦਾ ਚਲੋ ਇਹ ਤਾਂ ਹੈ ਮਤਲਬ ਉਹਨੇ ਇਹ ਆਪਣੇ ਲਈ ਕਰਦਾ ਸਾਨੂੰ ਨਹੀਂ ਪਤਾ ਇਹ ਚੰਗਾ ਮਾੜਾ ਜੋ ਕਰਦਾ ਆਪਣੇ ਲਈ ਕਰਦਾ ਤੋ ਇਸ ਲਈ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਦੇਖ ਭਾਈ ਜੇ ਤੂੰ ਨਹੀਂ ਹਟਿਆ ਜਾਂ ਇਹਦੇ ਜਿੰਨੇ ਚੇਲੇ ਚਮਚੇ ਹੈਗੇ ਆ ਉਹਨਾਂ ਨੇ ਕੋਈ ਜ਼ਿਆਦਤੀ ਕੀਤੀ ਉਹ ਤੋਂ ਇਕੱਲੇ ਦਾ ਮੂਹਰੇ ਸਰਕਾਰ ਸਾਡੀ ਹੋਣ ਵਾਲੀ ਆ ਇਕੱਲੇ ਤੋਂ ਪੈਸੇ ਦਾ ਹਿਸਾਬ ਲਵਾਂਗੇ ਇਹਨਾਂ ਨੂੰ ਉਹਨਾਂ ਬੰਦੇ ਨੂੰ ਕੁਝ ਚੰਗੀ ਤਰ੍ਹਾਂ ਬਣਾਵਾਂਗੇ ਅਸੀਂ ਛੱਡਣੇ ਨਹੀਂ ਆਏਗੇ ਚੁੱਪ ਕਰਕੇ ਬਹਿ ਜਾਵਾਂਗੇ ਕਿਉਂਕਿ ਸਾਡੇ ਕੋਲ ਪ੍ਰੂਫ ਹੈਗੇ ਆ ਇਸ ਲਈ ਮੈਂ ਬੇਨਤੀ ਕਰਦਾ ਕਿ ਹਟ ਜਾ ਹਾਲੇ ਵੀ ਹਟ ਜਾ ਤੇ ਚੰਗੀ ਗੱਲ ਆ ਨਹੀਂ ਤਾਂ ਸਾਨੂੰ ਜਿਸ ਤਰ੍ਹਾਂ ਚੰਦੂ ਮਾਜਰਾ ਸਾਹਿਬ ਨੇ ਕਿਹਾ ਵੀ ਸਾਨੂੰ ਹਟਾਉਣਾ ਆਉਂਦਾ ਜਾਂ ਘਰ ਘੇਰਾਂਗੇ ਉਹਨੂੰ ਘੇਰਾਂਗੇ ਘਰੋਂ ਬਾਹਰ ਨਿਕਲ ਦੇਵਾਂਗੇ ਦੇਖੀਓ ਜੋ ਸਿੰਘਾਂ ਦਾ ਤਾਂ ਕੰਮ ਹੀ ਹੈ ਜੇਲ੍ਹਾਂ ਜਾਣਾ ਜੇਲ੍ਹਾਂ ਚੱਲਣਗੇ ਅੱਗੇ ਗਏ ਆ ਅੱਗੇ ਰਾਜੇ ਨਹੀਂ ਸਾਨੂੰ ਫੜ ਕੇ ਅੰਦਰ ਕਰਤਾ ਮੁਕਾ ਫਿਰ ਕਰ ਦਿੱਤਾ ਕੀ ਫਰਕ ਪੈਂਦਾ ਇੱਕ ਗੱਲ ਹੋਰ ਆ ਕਿ ਪੇਮੈਂਟ ਜਿਹੜੀ ਆ ਉਹ ਆਪਾਂ ਨਹੀਂ ਦਿੰਦੇ ਕਈ ਮਹੀਨੇ ਇਸ ਕਰਕੇ ਵੀ ਨਾਰਾਜ਼ ਮੈਂ ਦੱਸਦਾ ਪੇਮੈਂਟ ਜਿਹੜੀ ਆ ਵਪਾਰੀ ਸਿੱਧੀ ਦਿੰਦਾ ਆ ਆਪਣੇ ਗੱਡੀਆਂ ਵਾਲਿਆਂ ਨੂੰ ਠੀਕ ਆ ਇਦਾਂ ਦੀ ਕੋਈ ਨਹੀਂ ਹੈਗੀ 1 ਮਿੰਟ 9 ਸਾਲ ਠੇਕੇਦਾਰ ਸੌਰੀ ਹੁਣ 9 ਸਾਲ ਇਦਾਂ ਦੀ ਕਦੀ ਕੋਈ ਪ੍ਰੋਬਲਮ ਨਹੀਂ ਉੱਠੀ ਹੈ ਸਾਰਾ ਕੁਝ ਮਾਰਚ ਤੋਂ ਬਾਅਦ ਹੀ ਕਿਉਂ ਸ਼ੁਰੂ ਹੋ ਰਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ 9 ਸਾਲਾਂ 'ਚ ਕਦੀ ਇੱਕ ਕੋਈ ਕੰਪਲੇਂਟ ਵੀ ਸਾਡੇ ਖਿਲਾਫ ਹੋਵੇ ਤਾਂ ਕੋਈ ਬੰਦਾ ਗੱਲ ਕਰੇ ਹਨਾ ਜੀ ਮੈਂ ਅੱਗੇ ਦੱਸਣੀ ਚਾਹੁੰਦਾ ਸੀ ਕਿ ਇਹਨਾਂ ਨੇ ਦੱਸੀ ਕਿ ਪੇਮੈਂਟ ਚਾਹੀਦਾ ਮੈਂ ਜੀਐਮ ਦੇ ਨਾਲ ਹੀ ਗਿਆ ਤੇ ਇਹਨਾਂ ਦੇ ਨਾਲ ਗਿਆ ਉਹਨੂੰ ਜਾ ਕੇ ਗੱਲ ਕੀਤੀ ਉਹ ਜੀਐਮ ਕਹਿੰਦਾ ਸ਼ੂਟਰ ਮੇਰੇ ਨਾਲ ਕਹਿਣ ਲੱਗਾ ਵੀ ਮੈਂ ਦੇਖੋ ਜੀ ਸੀ ਇਹ ਆਨਲਾਈਨ ਆ
ਜਿਹਨੂੰ ਵਪਾਰੀ ਕਹੂਗਾ ਅਸੀਂ ਉਹ ਸਾਨੂੰ ਈਮੇਲ ਭੇਜਦਾ, ਜਿਹਨੂੰ ਵਪਾਰੀ ਕਹੂਗਾ ਅਸੀਂ ਉਹਨੂੰ ਗੱਡੀਆਂ ਲਗਾ ਦੇਣੀਆਂ। ਮੈਂ ਕਿਹਾ ਠੀਕ ਹੈ, ਕਹਿੰਦਾ ਠੀਕ ਆ। ਉਸੇ ਵੇਲੇ ਇਹਨਾਂ ਨੇ ਵਪਾਰੀਆਂ ਨਾਲ ਗੱਲ ਕੀਤੀ, ਵਪਾਰੀਆਂ ਦੀ ਈਮੇਲ ਇਹਨੂੰ ਭੇਜਤੀ, ਜੀਐਮ ਨੂੰ ਭੇਜਤੀ ਤੇ ਆਹ ਲਓ ਜੀ ਆਹ ਗੱਡੀਆਂ ਉਹਨੇ ਮੰਗੀਆਂ। ਉਹਨਾਂ ਨੇ ਫਿਰ ਵੀ ਪਰਵਾਹ ਨਹੀਂ ਕੀਤੀ ਜੀਐਮ ਨੇ। ਫਿਰ ਕਹਿੰਦਾ ਜੀ ਸਾਡੇ ਕੋਲ ਪੈਸੇ ਨਹੀਂ ਆਏ। ਫਿਰ ਉਹਨਾਂ ਨੇ ਰਿਕਾਰਡੋ ਕਢਾ ਜਿਹੜਾ ਉਹਨਾਂ ਦੇ ਅਕਾਊਂਟ 'ਚ ਟ੍ਰਾਂਸਫਰ ਹੋਏ ਪੈਸੇ ਵਪਾਰੀਆਂ ਨੂੰ, ਉਹ ਕਢਾ ਕੇ ਦਿੱਤਾ ਵੀ ਤੁਹਾਡੇ 11 ਵਜੇ ਸਰ 11 ਵਜੇ ਦੇ ਪੈਸੇ ਤੁਹਾਡੇ ਅਕਾਊਂਟ 'ਚ ਆਏ ਹੋਆ, ਤੁਸੀਂ ਕਹਿੰਦੇ ਪੈਸੇ ਨਹੀਂ ਆਏ। ਤੇ ਉਹ ਵੀ ਮਤਲਬ ਅੰਦਰ ਪ੍ਰੈਸ਼ਰ ਦੇ ਐਮਐਲਏ ਦੇ ਕੁੱਲ ਮਿਲਾ ਕੇ ਜਿਹੜਾ ਜੀਐਮ ਉਹਦੀ ਈਮੇਲ ਆ, ਉਹਦੀ ਈਮੇਲ ਆ ਤੇ ਨਾਲ ਹੀ ਉਹਦੇ ਪੇਮੈਂਟ ਦੇ ਐਮਐਲਏ ਦੇ ਨਜਾਇਜ਼ ਧੰਦੇ 'ਚ ਸ਼ਾਮਲ ਆ। ਇੱਕ ਡੀਐਫਸੀ, 2 ਅਫਸਰ ਜਿਹੜੇ ਨੇ ਇਹਨਾਂ ਦੇ ਵਿਰੁੱਧ ਇਨਕੁਆਇਰੀ ਪਾਵਾਂਗੇ, ਇਹਨਾਂ ਦਾ ਹਿਸਾਬ ਲਵਾਂਗੇ। ਐਮਐਲਏ ਦੇ ਹੱਥਾਂ 'ਚ ਨਾ ਖੇਡਣ, ਕੰਮ ਅਫਸਰ ਚਾਹੀਦਾ ਹੁੰਦਾ ਇਨਸਾਫ ਦੇਣਾ, ਨਾ ਕਿ ਇੱਕ ਪੱਖਪਾਤ ਕਰਨਾ। 11 ਵਜੇ ਮੈਨੂੰ ਮੇਲ ਦਾ ਇਹਨਾਂ ਨੇ ਡਾਕਟਰ ਸਾਹਿਬ ਦੇ ਵੀ ਸਾਡੇ ਲੋਕਲ ਐਮਐਲਏ ਅੰਦਰ ਸਿੰਘ ਨਵੀ ਸ਼ਹਿਰ ਦੇ ਸਾਡੇ ਕਾਂਗਰਸ ਦੇ ਬਹੁਤ ਸੀਨੀਅਰ ਮੈਂਬਰ ਗਾਂਧੀ ਸਾਹਿਬ ਤੇ ਹਮਲਾ ਹੋਇਆ ਔਰ ਜਾਨਲੇਵਾ ਹਮਲਾ ਸੀ। ਮੈਂ ਸਮਝਦਾ ਕਿ ਕੋਈ ਐਮਐਲਏ ਵੀ ਔਰ ਇਹ ਐਮਐਲਏ ਸੀ ਹਮਲਾ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਬੰਦਾ ਬਣਾਉਣਾ ਜਾਣਦੀ ਹੈ। ਔਰ ਅਸੀਂ ਅੱਜ ਧੰਨਵਾਦ ਸਾਹਿਬ ਨੇ ਵੀ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਹ ਅਸੀਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਹੱਥਾਂ ਪਾਰ ਨਾ ਕਰੇ। ਬਹੁਤ ਲੋਕ ਇੱਥੇ ਆਏ ਆ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਆ ਕਿ ਮੀਡੀਆ ਤੇ ਵੀ ਉਹਨੇ ਹਮਲਾ ਕਰਾਇਆ ਸੀ। ਮੀਡੀਆ ਦਾ ਇੱਕ ਤੁਹਾਡਾ ਰਾਹੁਲ ਤੋਂ ਪੱਤਰਕਾਰ ਸੀ ਜਿਹਨੇ ਇਹਦੀ ਮਾਈਨਿੰਗ ਦਾ ਜਿਹੜਾ ਇਹ ਧੰਦਾ ਕੱਢ ਉਹਦੇ ਖਿਲਾਫ ਬੋਲਿਆ ਸੀ। ਇਹ ਉਸ ਬੰਦੇ ਨੂੰ ਆਪਣੀ ਜਾਨ ਤੋਂ ਹੱਥ ਹੋਣੇ ਪਏ ਸੀ। ਔਰ ਇਹ ਜਿਸ ਤਰ੍ਹਾਂ ਦੀ ਗੁੰਡਾਗਰਦੀ ਨਵਾਂ ਸ਼ਹਿਰ ਵਿੱਚ ਚੱਲ ਰਹੀ ਹੈ, ਮੈਨੂੰ ਲੱਗਦਾ ਕਿ ਇਹਦੇ ਜਿਹੜੇ ਦਿਨ ਉਹ ਨੇੜੇ ਆ ਗਏ। ਔਰ ਅਸੀਂ ਅਕਾਲੀ ਦਲ ਇਹਦੀ ਹਰ ਜਿਹੜੀ ਵੀ ਇਹ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਖਿਲਾਫ ਦਸਤੇ ਕਰਾਂਗੇ। ਔਰ ਜਿਹੜੇ ਅਫਸਰ ਇਹ ਸੋਚਦੇ ਆ ਕਿ ਸ਼ਾਇਦ ਅਸੀਂ ਸਦਾ ਹੀ ਇਸੇ ਪੋਜੀਸ਼ਨ 'ਚ ਰਹਿਣਾ, ਸਾਡੀ ਸਰਕਾਰ ਆਉਂਦੀ ਅਸੀਂ ਇਹਨਾਂ ਨੂੰ ਬੰਦੇ ਦੇ ਪੁੱਟ ਲਾਵਾਂਗੇ ਔਰ ਇਹਨਾਂ ਤੋਂ ਜੋ ਇਹ ਗਲਤ ਕੰਮ ਕਰਦੇ ਆ ਉਹਦਾ ਹਿਸਾਬ ਲਵਾਂਗੇ। ਜਿਹੜਾ ਹੋ ਗਿਆ ਹੁਣ ਇੱਥੋਂ ਵਾਲਾ ਦੂਜਾ ਇਸ਼ੂ ਵੀ ਹੈ ਸਾਡਾ ਇਹ ਬਤਾਈ ਹਾਂਜੀ ਦੇਖੋ ਅੱਜ ਪੰਜਾਬ ਦੇ ਹਾਲਾਤ ਬੜੇ ਚਿੰਤਾਜਨਕ ਨੇ। ਪੰਜਾਬ ਵਿੱਚ ਕਈ ਮਹੀਨਿਆਂ ਤੋਂ ਚੱਲ ਰਿਹਾ ਜਿਹੜਾ ਸੰਘਰਸ਼ ਆ ਉਹ ਦੇਸ਼ ਵਿਆਪੀ ਸੰਘਰਸ਼ ਬਣ ਗਿਆ। ਦੁੱਖ ਇਸ ਗੱਲ ਦਾ ਕਿ ਭਾਰਤ ਸਰਕਾਰ ਕੇਂਦਰ ਸਰਕਾਰ ਤੱਕ ਤੋਂ ਮਸਲੀ ਹੋ ਰਹੀ, ਬਲਕਿ ਕੇਂਦਰ ਸਰਕਾਰ ਦਾ ਜਿਹੜਾ ਵਰਤਾਓ ਹੈ ਉਹ ਬੜਾ ਜਿੱਦੀ ਤੇ ਅੜੀਅਲ ਜਿਹੜਾ ਦੇਸ਼ ਦੇ ਹਿੱਤ 'ਚ ਵੀ ਸੂਬੇ ਦੇ ਹਿੱਤ 'ਚ ਵੀ। ਪੰਜਾਬ ਵਰਗਾ ਸੂਬਾ ਜਿਹਨੇ ਸਰਹੱਦਾਂ ਤੇ ਰਾਖੀ ਕੀਤੀ ਆ, ਜਿਹਨੇ ਆਜ਼ਾਦੀ ਦੇ ਸੰਗਰਾਮ 'ਚ ਖੂਨ ਡੋਲਿਆ ਤੇ ਦੇਸ਼ ਦੀ ਭੁੱਖਮਰੀ ਦੂਰ ਕਰਕੇ ਰੋਲ ਅਦਾ ਕੀਤਾ, ਉਸ ਸੂਬੇ ਨਾਲ ਅੱਜ ਕੇਂਦਰ ਸਰਕਾਰ ਦਾ ਵਿਵਹਾਰ ਜਿਹੜਾ ਹੈ ਉਹ ਵਿਦੇਸ਼ੀਆਂ ਵਰਗਾ ਹੋ ਰਿਹਾ। ਪੰਜਾਬ ਦੇ ਸੰਘਰਸ਼ੀ ਲੋਕਾਂ ਤੇ ਇਹ ਸ਼ਰਤ ਲਾਉਣੀ ਕਿ ਮਾਲ ਗੱਡੀਆਂ ਤਾਂ ਚਲਾਵਾਂਗੇ ਜੇ ਪੈਸੇਂਜਰ ਗੱਡੀਆਂ ਚੱਲਣ ਦੇਵਾਂਗੇ। ਇਹ ਸ਼ਰਤਾਂ ਇਸ ਤਰ੍ਹਾਂ ਰੱਖੀਆਂ ਜਾ ਰਹੀਆਂ ਜਿਸ ਤਰ੍ਹਾਂ ਪਾਕਿਸਤਾਨ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਵੀ ਜੇ ਬਾਰਡਰ ਤੇ ਫਾਇਰਿੰਗ ਬੰਦ ਹੋਏਗੀ ਤਾਂ ਗੱਲਬਾਤ ਹੋਏਗੀ। ਯਾਨੀ ਪੰਜਾਬ ਨੂੰ ਇੱਕ ਵਿਦੇਸ਼ੀ ਸਮਝ ਕੇ ਵਰਤਾਓ ਕਰਨਾ ਕਿਸੇ ਤਰ੍ਹਾਂ ਦੀ ਉਚਿਤ ਨਹੀਂ ਹੈ ਭਾਰਤ ਸਰਕਾਰ ਵੱਲੋਂ। ਅਸੀਂ ਅਪੀਲ ਕਰਦੇ ਹਾਂ ਕਿ ਗੱਲਬਾਤ ਦੇ ਰਾਹ ਤੇ ਆਵੇ ਕੇਂਦਰ ਸਰਕਾਰ, ਗੱਲਬਾਤ ਕਰਕੇ ਮਸਲਾ ਸਮਝਾਵੇ ਕੇਂਦਰ ਸਰਕਾਰ। ਔਰ ਅਦਰਵਾਈਜ਼ ਇਹ ਪੰਜਾਬ ਦੀ ਜੰਗ ਸਾਰੇ ਦੇਸ਼ ਵਿੱਚ ਵਧੇਗੀ। ਸਾਨੂੰ ਦੁੱਖ ਇਸ ਗੱਲ ਦਾ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਦੇ ਹੱਥਾਂ 'ਚ ਖੇਡੀ ਜਾ ਰਹੀ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੇਂਦਰ ਤੇ ਦਬਾਅ ਪਾਉਣ ਦੀ ਥਾਂ ਕੇਂਦਰ ਆਪਣੇ ਇੱਕ ਚਿੱਠੀ ਲਿਖ ਕੇ ਹੋਰ ਸਾਰਾ ਕੁਝ ਕਰਨਾ ਚਾਹੁੰਦੇ ਨੇ। ਪੰਜਾਬ ਦੇ ਐਮਐਲਏ ਲੈ ਕੇ ਪੰਜਾਬ ਦੇ ਐਮਪੀ ਲੈ ਕੇ ਆਪ ਖੁਦ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ 5 ਮਹੀਨਿਆਂ 'ਚ ਮੁੱਖ ਮੰਤਰੀ ਸਾਹਿਬ ਨੇ ਕੋਸ਼ਿਸ਼ ਨਹੀਂ ਕੀਤੀ। ਮਾਲ ਗੱਡੀਆਂ ਚਲਾਉਣ ਦੇ ਮਸਲੇ ਦੇ ਵਿੱਚ ਸੰਘਰਸ਼ ਕਰਨ ਵਾਲੇ ਕਿਸਾਨਾਂ ਨੂੰ ਤਾਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ, ਅਪੀਲਾਂ ਕੀਤੀਆਂ ਜਾ ਰਹੀਆਂ ਨੇ, ਕੇਂਦਰ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ। ਜਿਹੜੀ ਸਰਾਸਰ ਕੇਂਦਰ ਦੇ ਹੱਥਾਂ ਵਿੱਚ ਖੇਡ ਰਹੀ ਹੈ ਸੂਬਾ ਸਰਕਾਰ।
ਆ ਜਿਹੜਾ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਉਧਰ ਇਹ ਨਿਰੀ ਸਿਆਸੀ ਹੈਗੀ ਆ, ਇਹ ਨਿਰੀ ਸਿਆਸੀ ਧੋਖੇਬਾਜ਼ੀ ਆ। ਇਹ ਡਰਾਮਾ ਤੇ ਸ਼ੋਸ਼ੇਬਾਜ਼ੀ ਕਰਕੇ ਪੰਜਾਬ ਦਾ ਕੁਝ ਨਹੀਂ ਸੰਵਾਰਿਆ। ਕੇਂਦਰ ਵੱਲੋਂ ਬਣਾਏ ਕਾਨੂੰਨਾਂ ਦਾ ਰਾਹ ਰੋਕਣ ਲਈ ਇਹ ਬਿੱਲ ਜਿਹੜਾ ਕਾਨੂੰਨ ਬਣਿਆ ਕੋਈ ਕਾਰਗਰ ਨਹੀਂ ਸਾਬਤ ਹੋ ਰਿਹਾ, ਬਲਕਿ ਕਈ ਸਵਾਲ ਨਵੇਂ ਖੜੇ ਹੋ ਰਹੇ ਨੇ ਕਿ ਕੇਵਲ 2 ਫਸਲਾਂ ਦੇ MSP ਤੇ ਨਾ ਖਰੀਦਣ ਤੇ ਸਜ਼ਾ ਕਿਉਂ, ਬਾਕੀ 21 ਫਸਲਾਂ ਦੀ ਗੱਲ ਕਿਉਂ ਨਹੀਂ ਕੀਤੀ ਗਈ? ਤੇ ਫਿਰ MSP ਤੇ ਜੇ ਨਾ ਖਰੀਦਿਆ ਕਿਸੇ ਨੇ ਫਿਰ ਉਹਦਾ ਕੀ ਬੰਦੋਬਸਤ ਕੀਤਾ, ਉਹਦੀ ਕੀ ਵਿਵਸਥਾ ਕੀਤੀ ਹੈ, ਉਹਦੇ ਕੀ ਪ੍ਰਬੰਧ ਕੀਤੇ ਆ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਤੀਜਾ ਸਵਾਲ ਇਹ ਖੜਾ ਹੋਇਆ ਵੀ ਜਿਹੜਾ ਕਾਨੂੰਨ ਸੂਬਾ ਸਰਕਾਰ ਬਣਾਉਣ ਦਾ ਹੱਕ ਰੱਖਦੀ ਆ ਔਰ ਜਿਹੜੇ ਕਾਨੂੰਨ ਰਾਹੀਂ ਕੇਂਦਰ ਦੇ ਬਣਾਏ ਕਾਨੂੰਨਾਂ ਦੇ ਰਾਹ ਰੋਕੇ ਜਾ ਸਕਦੇ ਸੀ, APMC ਐਕਟ ਬਣਾ ਲਿਆਣ ਕੇ ਜੇ ਸਾਰੇ ਸੂਬੇ ਨੂੰ ਪੰਜਾਬ ਨੂੰ ਉਜਾੜ ਕੇ ਦਿੱਤਾ ਜਾਂਦਾ ਤਾਂ ਕੇਂਦਰ ਦੇ ਕਾਨੂੰਨ ਜਿਹੜੇ ਬੇਅਰਥ ਹੋ ਸਕਦੇ ਸੀ। ਸੂਬਾ ਸਰਕਾਰ ਉਸ ਪਾਸੇ ਨੂੰ ਤੁਰੀ ਨਹੀਂ। ਸਾਂਝੀ ਸੂਚੀ ਦਾ ਕੰਪੋਨੈਂਟ ਲਿਸਟ ਦਾ ਵਿੱਚ ਲਿਆਣ ਕੇ ਜਿਹੜਾ ਐਕਟ ਬਣਾਇਆ ਉਹ ਕੇਂਦਰ ਦੇ ਹੱਥਾਂ ਵਿੱਚ ਬੇਬਾਗਡੋਰ ਸੰਭਾਲਤੀ। ਮੁੱਖ ਮੰਤਰੀ ਸਾਹਿਬ ਵੱਲੋਂ ਵਿਧਾਨ ਸਭਾ ਵਿੱਚ ਬਿੱਲ ਲਿਆਉਣ ਸਮੇਂ ਇਹ ਕਹਿ ਦੇਣਾ ਵੀ ਗਵਰਨਰ ਸਾਹਿਬ ਪਤਾ ਨਹੀਂ ਦੱਸ ਕਰਨਗੇ ਕਿ ਨਹੀਂ, ਤੇ ਗਵਰਨਰ ਨੇ ਹਾਂ ਜਾਂ ਨਾ ਅਜੇ ਕੋਈ ਕੀਤੀ ਨਹੀਂ, ਪਹਿਲੇ ਰਾਸ਼ਟਰਪਤੀ ਤੋਂ ਸਮਾਂ ਮੰਗ ਲਿਆ। ਇਹ ਬੇਯਕੀਨੀ ਆਪ ਹੀ ਪੈਦਾ ਕਰਦੀ ਮੁੱਖ ਮੰਤਰੀ ਸਾਹਿਬ ਨੇ, ਜਿਹੜੀ ਸਿੱਧੇ ਤੌਰ ਤੇ ਸਾਡਾ ਕਹਿਣਾ ਇਹ ਆ ਕਿ ਸੂਬਾ ਸਰਕਾਰ ਸਿਆਸੀ ਖੇਡਾਂ ਖੇਡ ਰਹੀ ਹੈ, ਸਿਆਸੀ ਢਾਲ ਆ ਰਹੀ ਆ ਸੰਘਰਸ਼ ਨੂੰ। ਚਾਹੀਦਾ ਇਹ ਆ ਕਿ ਐਸੇ ਨਾਜ਼ੁਕ ਦੌਰ ਤੇ ਸਮੁੱਚੇ ਪੰਜਾਬ ਨੂੰ ਇੱਕ ਆਵਾਜ਼ ਇੱਕ ਮੰਚ ਤੇ ਲਿਆਣ ਕੇ ਇਹ ਮਸਲੇ ਦੇ ਸਾਰਥਕ ਹੱਲ ਲੱਭੇ ਨਾ, ਅਦਰਵਾਈਜ਼ ਸੂਬੇ ਦਾ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਸਮੇਂ 'ਚ ਹੋਏਗਾ। ਅੱਜ ਸੂਬੇ ਦੀ ਆਰਥਿਕਤਾ ਦੇ ਕਈ ਸਵਾਲ ਖੜੇ ਹੋ ਰਹੇ ਨੇ। ਦੇਖੋ ਇੱਕ ਹੋਰ ਠੱਗੀ ਲੱਗ ਰਹੀ ਆ, ਯੂਪੀ ਤੇ ਬਿਹਾਰ ਤੋਂ ਝੋਨਾ ਜਿਹੜਾ 1100 1200 ਰੁਪਇਆ ਲਿਆ ਕੇ ਮਤਲਬ ਮਾਸਟਰ ਭਾਵੇਂ 20 ਵੀ ਆ 21 ਵੀ ਆ 22 ਵੀ ਆ ਕੋਈ ਮਾਸਟਰ ਨਹੀਂ ਦੇਖਿਆ ਜਾ ਰਿਹਾ, ਸੈਲਰਾਂ ਵਾਲਿਆਂ ਦੇ ਭੇਜਤਾ ਉਹਦੇ ਅਫਸਰ ਕਿਤੇ ਰਲੇ ਹੋਏ। ਪੰਜਾਬ ਦੇ ਕਿਸਾਨ ਦੇ ਝੋਨੇ ਨੂੰ ਕਹਿੰਦੇ ਜੀ 17 ਤੋਂ 1.1% ਵੀ ਜੇ ਮਾਸਟਰ ਜ਼ਿਆਦਾ ਹੋਇਆ ਸੀ ਨਹੀਂ ਖਰੀਦਾਂਗੇ। ਮੰਡੀਆਂ 'ਚ ਹਫ਼ਤੇ ਤੋਂ ਇੱਕ ਹਫ਼ਤਾ ਲੋਕਾਂ ਨੂੰ ਟਿਕਣਾ ਪਿਆ, ਖੇਤਾਂ 'ਚ ਖੜਾ ਅਜੇ ਝੋਨਾ ਤੇ ਯੂਪੀ ਬਿਹਾਰ ਦਾ ਲਿਆਣ ਕੇ ਕਿਲੋਮੀਟਰ ਭੇਜ ਵੀ ਦਿੱਤਾ। ਉਹ ਇੱਕ ਬੜੇ ਨਾਜ਼ੁਕ ਸਥਿਤੀ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ। ਸਾਡੀ ਅਪੀਲ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿ ਬਤੌਰ ਮੁੱਖ ਮੰਤਰੀ ਉਹਨਾਂ ਨੂੰ ਇੱਕ ਸਾਂਝੇ ਤੌਰ ਤੇ ਕਦਮ ਚੁੱਕਣੇ ਚਾਹੀਦੇ ਨੇ। ਆਪਣੇ ਮੂੰਹ ਮੀਆਂ ਮਿੱਠੂ ਬਣ ਕੇ ਆਪਣੇ ਲਿਫਾਫੇਬਾਜ਼ੀ ਡਰਾਮੇਬਾਜ਼ੀ ਕਰਕੇ ਸ਼ੇਰ ਬਣਨ ਦੀ ਥਾਂ ਅਸਲੀਅਤ ਤੇ ਆਓ, ਸੱਚ ਨੂੰ ਪਹਿਚਾਨਣ ਔਰ ਇਸ ਸਮੱਸਿਆ ਦੇ ਸਾਰਥਕ ਹੱਲ ਲੱਭਣ ਲਈ ਪੰਜਾਬੀਆਂ ਨੂੰ ਇੱਕ ਆਵਾਜ਼ ਦੇ ਤੌਰ ਤੇ ਅਗਵਾਈ ਕਰਨ। ਗੁਰੂ ਸਾਹਿਬ ਇੱਕ ਦਿਨ ਕਿਹਾ ਕਿ ਅਕਾਲੀ ਦਲ ਵੱਲੋਂ ਕਿਸਾਨਾਂ ਪ੍ਰਤੀ ਅਗਲਾ ਸਟੈਪ ਕੀ ਹੈ? ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਕਿਸਾਨ ਸੰਘਰਸ਼ ਜਿਹੜਾ ਲੰਬੇ ਸਮੇਂ ਤੋਂ ਲੜਿਆ ਜਾ ਰਿਹਾ, ਕਿਸਾਨ ਜਥੇਬੰਦੀਆਂ ਦੀ ਹੋਈ ਉਸ ਸੰਘਰਸ਼ ਦੇ ਵਿੱਚ ਆਪਣੇ ਵਰਕਰਾਂ ਤੇ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਪੂਰਾ ਸਹਿਯੋਗ ਦੇਣ ਨਿਰਵਾਚਨ ਤੇ, ਭਾਵੇਂ ਦਿੱਲੀ ਕੂਚ ਕਰਨਾ, ਭਾਵੇਂ ਧਰਨਾ ਲਾਉਣਾ, ਭਾਵੇਂ ਭਾਰਤ ਬੰਦ ਕਰਨਾ, ਭਾਵੇਂ ਪੰਜਾਬ ਬੰਦ ਕਰਨਾ। ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਹਰ ਲੀਡਰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤੇ ਪੂਰਾ ਸਹਿਯੋਗ ਤੇ ਨਿਰਵਾਚਨ ਦੇਵੇ। ਇਹ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਦੇ ਨਾਲ ਜਿਹੜਾ ਦੇਸ਼ ਵਿਆਪੀ ਇਹ ਇਕੱਲਾ ਹੁਣ ਕਿਸਾਨ ਦਾ, ਖੇਤ ਮਜ਼ਦੂਰ, ਦੁਕਾਨਦਾਰ, ਵਪਾਰੀ ਜਾਂ ਟਰਾਂਸਪੋਰਟਰਾਂ ਦਾ ਮਸਲਾ ਨਹੀਂ ਰਿਹਾ। ਹੁਣ ਇਹ ਜਿਹੜਾ ਸੰਘਰਸ਼ ਆ ਇਹ ਸੂਬਿਆਂ ਦੇ ਅਧਿਕਾਰ ਖੇਤਰ ਦਾ ਮਸਲਾ ਬਣ ਗਿਆ। ਇਹ ਸੂਬਿਆਂ ਦੇ ਅਧਿਕਾਰ ਵਿੱਚ ਕੇਂਦਰ ਦੀ ਦਖਲਅੰਦਾਜ਼ੀ ਰੋਕਣ ਦਾ ਮਸਲਾ ਖੜਾ ਹੋ ਗਿਆ। ਹੁਣ ਦੇਸ਼ ਦੇ ਵਿੱਚ ਜਿਹੜੀਆਂ ਖੇਤਰੀ ਪਾਰਟੀਆਂ ਨੇ, ਹਮਖਿਆਲ ਪਾਰਟੀਆਂ ਨੇ, ਉਹਨਾਂ ਨਾਲ ਅਸੀਂ ਨਵੰਬਰ ਦੇ ਪਹਿਲੇ ਹਫ਼ਤੇ ਸੰਪਰਕ ਕਰਨ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਕੇਂਦਰ ਹੋਰ ਢੰਡੀ ਨੱਪਣ ਲੱਗਿਆ ਸੂਬਿਆਂ ਦੇ ਜਿਹੜਾ ਕੇਂਦਰੀ ਫੰਡ ਦਾ ਉਹਦੇ ਤੋਂ 42% ਦੀ ਥਾਂ ਹੁਣ ਸੂਬਿਆਂ ਦਾ ਹਿੱਸਾ ਹੋਰ ਘਟਾਉਣ ਵੱਲ ਤੁਰੀ ਆ। ਤਜਵੀਜ਼ਾਂ ਲੈਂਦੀਆਂ ਨੇ ਫਿਨਾਂਸ ਮਿਨਿਸਟਰ ਦਾ 3 ਦਿਨ ਪਹਿਲਾਂ ਜਿਹੜਾ ਬਿਆਨ ਆ ਉਹ ਬੜਾ ਖਤਰਨਾਕ ਆ।
ਆ ਜਿਹੜਾ ਖੇਤੀ ਕਾਨੂੰਨ ਬਣਾਇਆ ਸੀ ਇਹਨੇ ਵੀ ਸੂਬਿਆਂ ਦੇ ਫੰਡ ਜਿਹੜੇ ਇਹਨਾਂ ਨੂੰ ਪੂਰਾ ਲਾਉਣਾ। ਜਿਹੜੀ ਆ ਆਰਡੀਐਫ ਦਾ ਦੇਖੋ ਪਿਛਲੇ ਸਾਲ ਦਾ ਪੈਸਾ ਵੀ ਰੋਕ ਕੇ ਬੈਠ ਗਈ ਕੇਂਦਰ ਸਰਕਾਰ। ਆ ਹੁਣ ਝੋਨੇ ਦਾ ਜਿਹੜਾ ਹੈ ਬਕਾਇਆ ਰਹਿੰਦਾ ਜਿਹੜੀ ਲਿਮਟ ਬਣੀ ਆ ਇਹਦੇ 'ਚ ਵੀ ਉਹਨਾਂ ਨੇ ਹਦਾਇਤਾਂ ਕਰਤੀਆਂ ਵੀ ਤੁਸੀਂ ਆਰਡੀਐਫ ਵਾਲੇ ਪੈਸੇ ਨਹੀਂ ਦੇਣੇ, ਆੜਤੀਆਂ ਦੀ ਆੜਤ ਨਹੀਂ ਦੇਣੀ, ਬਲਕਿ ਲੋਡਿੰਗ ਅਨਲੋਡਿੰਗ ਦੇ ਪੈਸੇ ਨਹੀਂ ਦੇਣੇ। ਇਹ ਇੱਕ ਨਵਾਂ ਵਿਵਾਦ ਖੜਾ ਕਰ ਦੇਣਾ ਕੇਂਦਰ ਸਰਕਾਰ ਨੇ। ਟਕਰਾਓ ਵੱਲ ਵੱਧ ਰਹੀ ਹੈ ਕੇਂਦਰ ਸਰਕਾਰ ਦੇ ਸੂਬਿਆਂ ਦੇ ਜਿਹੜੇ ਫਾਈਨੈਂਸ਼ੀਅਲ ਰਿਸੋਰਸਿਸ ਹੈ ਉਹਨਾਂ ਤੇ ਰੋਕ ਲਾ ਕੇ ਸੂਬਿਆਂ ਨੂੰ ਕੇਂਦਰ ਦੇ ਸਹਾਰੇ ਦੇਣ ਲਈ ਮਜਬੂਰ ਕਰ ਰਹੀ ਹੈ ਕੇਂਦਰ ਸਰਕਾਰ। ਇਹ ਬੜੀ ਖਤਰਨਾਕ ਖੇਡ ਖੇਡ ਰਹੀ ਆ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆਵਾਜ਼ 5 ਦਹਾਕੇ ਪਹਿਲਾਂ ਚੁੱਕੀ ਸੀ ਔਰ ਉਹ ਆਵਾਜ਼ ਦਾ ਭਾਵੇਂ ਉਦੋਂ ਵਿਰੋਧ ਹੋਇਆ ਸੀ ਪਰ ਅੱਜ ਸਾਰਾ ਦੇਸ਼ ਉਹਦੇ ਨਾਲ ਖੜਾ। ਸਾਨੂੰ ਇਸ ਗੱਲ ਦਾ ਮਾਣ ਵੀ ਆ ਔਰ ਅਸੀਂ ਇਹਦੀ ਲਾਮਬੰਦੀ ਕਰਾਂਗੇ ਔਰ ਦੇਸ਼ ਦੇ ਅੰਦਰ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਨਿਯੁਕਤੀ ਅਗਲੇ ਪਹਿਲੇ ਹਫ਼ਤੇ ਨਵੰਬਰ ਦੇ ਸੰਪਰਕ ਕਰਕੇ ਇਹਨੂੰ ਲਾਮਬੰਦ ਕਰਾਂਗੇ। ਅਸਲ ਵਿੱਚ ਤਾਂ ਜਿਹੜੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿ ਕੇਂਦਰ ਸਰਕਾਰ ਤੋਂ ਰੋਕਣ ਵਾਸਤੇ ਪੰਜਾਬ ਦੀ ਸਰਕਾਰ ਨੇ ਉਹਦੇ ਚ ਮੁਤਾਇਨ ਵਾਸਤੇ ਇਸ ਮਸਲੇ ਨੂੰ ਉੱਥੇ ਹੀ ਇਹ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਨੇ ਇਹਦਾ ਡਾਕਟਰ ਸਾਹਿਬ ਬੈਠੇ ਨੇ ਇੱਥੇ ਸਾਡੇ ਵਿਧਾਇਕਾਂ ਨੇ ਬੜੇ ਜ਼ੋਰ ਨਾਲ ਅਸੀਂ ਆਪਣੀ ਪਾਰਟੀ ਵੱਲੋਂ ਆਵਾਜ਼ ਉਠਾਈ ਸੀ। ਜਿਹੜੀਆਂ ਗੱਲਾਂ ਮੈਂ ਕਹੀਆਂ ਉੱਥੇ ਸਵਾਲ ਖੜੇ ਕੀਤੇ ਗਏ ਸੀ ਕਿ 21 ਫਸਲਾਂ ਦਾ ਕੀ ਬਣੂਗਾ, ਤੁਸੀਂ 2 ਫਸਲਾਂ ਤੇ ਕੀ ਕਰਦੇ ਹੋ ਤੇ ਜੇ ਕਿਸੇ ਨੇ ਨਾ ਖਰੀਦੀ ਐਮਐਸਪੀ ਤੇ ਜਿਹੜੀ ਵੱਧੇਗੀ ਫਿਰ ਫਸਲ ਉਹਦਾ ਕੀ ਬੰਦੋਬਸਤ ਕੀਤਾ, ਕੀ ਵਿਵਸਥਾ ਕੀਤੀ ਆ। ਇਹ ਜਵਾਬ ਉੱਥੇ ਨਹੀਂ ਦਿੱਤੇ ਪਰ ਉੱਥੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਹਾਊਸ ਦੇ ਵਿੱਚ। ਡਾਕਟਰ ਸਾਹਿਬ ਬੈਠੇ ਆ, ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਬਿੱਲ ਲਿਆਂਦਾ ਕਿਸਾਨ ਜਥੇਬੰਦੀਆਂ ਨਾਲ ਰਾਏ ਕਰਕੇ ਉਹਨਾਂ ਦੀ ਸਹਿਮਤੀ ਨਾਲ ਲੈ ਕੇ ਆਇਆ। ਨੰਬਰ 1 ਅਸੀਂ ਉਹਦੇ ਭਰੋਸੇ 'ਚ ਰਹਿ ਕੇ ਸਾਡੇ ਐਮਐਲਏ ਨੇ ਕਿਹਾ ਵੀ ਲਿਆਂਦਾ ਹੋਣਾ ਵੀ ਚੱਲ ਅਸੀਂ ਮਸਲਾ ਜਿਹੜੇ ਲੜਾਈ ਲੜ ਰਹੇ ਨੇ ਜੇ ਉਹਨਾਂ ਦੀ ਸਹਿਮਤੀ ਆ ਤਾਂ ਫਿਰ ਸਾਨੂੰ ਵੀ ਸਹਿਮਤ ਹੋਣਾ ਚਾਹੀਦਾ। ਚਾਹੇ ਚੰਗਾ ਮਾੜਾ ਵੱਖਰੀ ਗੱਲ ਆ, ਮੈਟ ਡਿਮਾਂਡ ਬਾਅਦ ਦੀ ਗੱਲ ਆ। ਪਹਿਲਾਂ ਤਾਂ ਜਿਹੜੇ ਸੰਘਰਸ਼ ਲੜ ਰਹੇ ਲੋਕ ਆ ਉਹਨਾਂ ਦੀ ਤਸੱਲੀ ਹੋਣੀ ਚਾਹੀਦੀ ਆ। ਜਾਨੀ ਉੱਥੇ ਝੂਠ ਬੋਲਿਆ, ਉੱਥੇ ਧੋਖਾ ਕੀਤਾ। ਇਸੇ ਵੇ ਕਿਹਾ ਵੀ ਸਿਆਸੀ ਠੱਗੀ ਲਾਵੇ। ਤੇ ਦੂਜੀ ਗੱਲ ਸਾਡੀ ਇਹ ਵੀ ਸੀ ਵੀ ਉਹਦੇ 'ਚ ਇੱਕ ਰੈਜੂਲੇਸ਼ਨ ਸੀ, ਜਿਹੜਾ ਰੈਜੂਲੇਸ਼ਨ ਸੀ ਵੀ ਕੇਂਦਰ ਦੇ ਬਣਾਏ ਕਾਨੂੰਨਾਂ ਨੂੰ ਰੱਦ ਕਰਨ ਦਾ। ਉਹਦੇ ਨਾਲ ਅਸੀਂ ਅੱਜ ਵੀ ਸਹਿਮਤ ਹਾਂ, ਉਦੋਂ ਵੀ ਸਹਿਮਤ। ਉਹਦਾ ਸਹਾਰਾ ਲੈ ਕੇ ਜਾਨੀ ਉਹਦੀ ਢਾਲ ਬਣਾ ਕੇ ਇਹ ਬਿੱਲ ਲੈ ਕੇ ਆਉਂਦਾ। ਜਾਨੀ ਬੜੀ ਚਲਾਕੀ ਨਾਲ ਕਹਿ ਲਓ, ਹਥਿਆਰੀ ਨਾਲ ਤੇ ਬੜੀ ਧੋਖੇਬਾਜ਼ੀ ਨਾਲ ਇਹ ਖੇਡ ਖੇਡੀ ਆ। ਮਤਲਬ ਉੱਤੇ ਵੀ ਸਾਡੇ ਬੰਦਿਆਂ ਨੇ ਪੂਰੇ ਜ਼ੋਰ ਨਾਲ ਕਿਹਾ। ਫਸਲ ਦੇ ਵੀ ਮੰਨਿਆ ਵੀ ਅਸੀਂ ਕਿਤੇ ਨਾ ਕਿਤੇ ਗਲਤੀ ਹੋਈ ਹੈ। ਨਹੀਂ ਗਲਤੀ ਸਾਡੇ ਵਿਧਾਇਕਾਂ ਤੋਂ ਨਹੀਂ ਹੋਈ। ਮੈਂ ਤੁਹਾਨੂੰ ਦੱਸਿਆ ਜੇ ਗਲਤੀ ਤਾਂ ਕਹਿੰਦੇ ਵੀ ਜੇ ਇਹਨਾਂ ਨੇ ਆਵਾਜ਼ ਨਾ ਉਠਾਈ ਹੁੰਦੀ। ਇਹਨਾਂ ਨੇ ਆਵਾਜ਼ ਵੀ ਉਠਾਈ ਪਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਵੀ ਮੈਂ ਸਲਾਹ ਕਰਕੇ ਕਿਸਾਨ ਯੂਨੀਅਨ ਨਾਲ ਇੱਕ ਦਿਨ ਪਹਿਲਾਂ ਉਹਦੀ ਮੀਟਿੰਗ ਹੋਈ ਵੀ ਸੀ ਪੰਜਾਬ ਭਵਨ ਕਿਸਾਨ ਜਥੇਬੰਦੀਆਂ ਨਾਲ, ਇਹਨਾਂ ਨੇ ਭਰੋਸਾ ਕਰ ਲਿਆ ਵੀ ਵਾਕਈ ਗੱਲ ਹੋ ਗਈ ਹੋਣੀ। ਤੇ ਦੂਜੀ ਇੱਕ ਗੱਲ ਹੋਰ ਵੀ ਸੀ, ਅਸੀਂ ਚਾਹੁੰਦੇ ਸੀ ਵੀ ਇਹ ਸਾਰੀ ਖੇਤੀ 'ਚ ਪੰਜਾਬੀਆਂ ਦੀ ਇੱਕ ਆਵਾਜ਼ ਹੋਣੀ ਚਾਹੀਦੀ ਹੈ, ਇਹਦੇ 'ਚ ਕੋਈ ਦਬਾਅ ਨਾ ਹੋਵੇ ਕਿਉਂਕਿ ਸਾਨੂੰ ਸੇਕ ਲੱਗਿਆ ਵਾ ਸੀ। ਅਸੀਂ ਕਹਿੰਦੇ ਹਾਂ ਵੀ ਪੰਜਾਬ ਦੀ ਰਾਜਧਾਨੀ ਨਾਲ ਕੋਈ ਜਾਂਦੀ ਜੇ ਪੰਜਾਬ ਇੱਕ ਆਵਾਜ਼ ਹੁੰਦਾ। ਪੰਜਾਬੀ ਬੋਲਦੇ ਇਲਾਕੇ ਬਾਹਰ ਨਾ ਰਹਿੰਦੇ ਜੇ ਪੰਜਾਬ ਇੱਕ ਆਵਾਜ਼ ਹੁੰਦਾ। ਠੀਕ ਆ, ਇਹ ਅੱਜ ਜੇ ਪੰਜਾਬ ਦਾ ਪਾਣੀ ਲੁੱਟਿਆ ਗਿਆ ਇਸ ਕਰਕੇ ਲੁੱਟਿਆ, ਪੰਜਾਬ ਇੱਕ ਆਵਾਜ਼ ਨਾ ਬਣ ਸਕਿਆ। ਤਾਂ ਸਾਡੀ ਇਹ ਕੋਸ਼ਿਸ਼ ਸੀ ਸ਼੍ਰੋਮਣੀ ਅਕਾਲੀ ਦਲ ਦੀ ਕਿ ਪੰਜਾਬੀਆਂ ਦੀ ਇੱਕ ਆਵਾਜ਼ ਇੱਕ ਮੰਚ ਤੇ ਬਚਾਈ ਜਾਵੇ ਕੇਂਦਰ ਸਰਕਾਰ ਤੋਂ। ਆਹ ਜਿਹੜੇ ਮਤੇ ਰੱਦ ਕਰ ਦਿੱਤੇ ਜਿੱਥੇ ਤੱਕ ਬਿੱਲ ਦੇ ਵਿੱਚ ਖਾਮੀਆਂ ਸੀ ਅਸੀਂ ਪੁਆਇੰਟ ਆਊਟ ਕੀਤੀਆਂ ਸੀ ਔਰ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਵੀ ਦਿੱਤਾ ਵੀ ਮੈਂ ਇਹਨਾਂ ਨੂੰ ਦੁਬਾਰਾ ਰੀਥਿੰਕ ਕਰਨਾ। ਔਰ ਉਹਨਾਂ ਨੇ ਤਾਂ ਰਾਤ ਨੂੰ ਬੋਰਡੇ ਲਾਤੇ, ਸਾਰੇ ਹੋਰਡਿੰਗ ਲਾਤੇ ਪੰਜਾਬ 'ਚ, ਪੰਜਾਬ ਦੇ ਰਾਖਾ ਸ਼ੇਰ ਬਣ ਕੇ। ਜਿਹੜੀ ਸਾਰੀ ਸਿਆਸੀ ਤਿਕੜਮਬਾਜ਼ੀ ਸਿਆਸੀ ਖੇਡ ਜਗ ਜ਼ਾਹਰ ਹੋ ਗਈ। ਸੋ ਇਹਦੇ ਕਰਕੇ ਮੈਂ ਸਮਝਦਾ ਹੁਣ ਤੱਕ ਕਿਸਾਨ ਜਥੇਬੰਦੀਆਂ ਨੇ ਵੀ ਇਹ ਜਿਹੜੀ ਸੱਚਾਈ ਸਾਹਮਣੇ ਲਿਆਤੀ ਵੀ ਇਹ ਬਿਲਕੁਲ ਡਰਾਮਾ, ਬਿਲਕੁਲ ਇਹ ਗਲਤ ਆ। ਹੁਣ ਤਾਂ ਕੋਈ ਕਸਰ ਬਾਕੀ ਰਹੀ ਨਹੀਂ ਹੈ ਝੂਠ ਦੀ ਨਹੀਂ। ਹਮੇਸ਼ਾ ਅਕਾਲੀ ਦਲ ਜਿਹੜਾ ਆ ਅਗਵਾਈ ਕਰਦਾ ਰਿਹਾ ਕਿਸਾਨਾਂ ਦੀ। ਅੱਜ ਜਿਹੜੀ ਤੁਹਾਡੀ ਇੱਕ ਅਕਾਲੀ ਦਲ ਵੱਲੋਂ ਬਹੁਤ ਘੱਟ ਨਜ਼ਰ ਆ ਰਹੇ ਆ ਆਉਂਦੇ ਹੈਗੇ ਆ। ਇੱਦਾਂ ਸਮੀਰ ਬਾਦਲ ਜੀ ਆਏ ਸੀ, ਉਸ ਦਿਨ ਹੋਈ ਸੀ। ਇਹਨਾਂ ਤੋਂ ਬਾਅਦ ਝੰਡੇ ਕਿਰਤੀ ਕਿਸਾਨ ਯੂਨੀਅਨ ਦੇ ਨਜ਼ਰ ਆਉਂਦੇ ਆ। ਇਹਦਾ ਕੀ ਕਾਰਨ ਹੈ? ਹਰ ਜਗ੍ਹਾ ਤੇ ਨਹੀਂ ਇਹ ਦੇਖੋ ਗੱਲ ਇਹ ਆ ਕਿ ਇਹਦੇ ਅਕਾਲੀ ਦਲ ਦਾ ਨਹੀਂ ਨਜ਼ਰ ਆ ਰਿਹਾ। ਇਹਦੇ ਕੋਈ ਦੋ ਰਾਮਾ ਨਹੀਂ ਜਿਹੜਾ ਜੁਦਾ ਸੰਘਰਸ਼ ਚੱਲ ਰਿਹਾ ਹੈ ਕਿ ਅਗਵਾਈ ਕਿਸਾਨ ਜਥੇਬੰਦੀਆਂ ਕਰ ਰਹੀਆਂ ਤੇ ਅਗਵਾਈ ਤਾਂ ਇੱਕ ਨਹੀਂ ਕਰਦੀ ਹੁੰਦੀ ਆ। ਸਾਡਾ ਤਾਂ ਸਹਿਯੋਗ ਅਸੀਂ ਤਾਂ ਵਰਕਰ ਜਦੋਂ ਵੀ ਉਹ ਸੱਦਾ ਕਰਦੇ ਆ ਸਾਡੇ ਵਰਕਰ ਸਾਡੇ ਲੀਡਰ ਉਹਦੇ 'ਚ ਪਾਰਟੀਸਪੇਟ ਕਰਦੇ।
ਠੀਕ ਹੈ ਤੁਹਾਡੀ ਪ੍ਰੋਬਲਮ ਹੈ ਆਜ ਪੰਨੀ में ਸਾਡੀ ਆੜ ਇਹ ਅਸੀਂ ਆ ਜਿਹੜੀ ਹੈ ਨਾ ਜਿਹੜੀ ਇੱਕ ਹਰ ਹਲਕੇ ਦੇ ਵਿੱਚ ਇੱਕ ਫੋਟੋ ਇਹ ਕਰਾ ਮੁੱਖ ਤੌਰ ਤੇ ਆਓ ਸਿਆਸੀ ਪਾਣੀ ਪੀਣਾ? ਨਹੀਂ ਪੀਲਾ ਪੜ ਇਹ ਪ੍ਰੈਸ ਕਰਦਾ ਹਰ ਹਲਕੇ ਇੱਕ ਫੋਟੋ ਕਰ ਲਓ ਯਾਰ। ਹਾਂ ਇੱਕ ਤੀਜੀ ਗੱਲ ਹੋ ਰਹੀ ਤੀਜਾ ਇਸ਼ੂ ਇਹ ਵੀ ਕਰ ਲਓ ਬਸ ਦੇਖੋ ਕਿਸਾਨਾਂ ਨਾਲ ਠੱਗੀ ਨੌਜਵਾਨਾਂ ਨਾਲ ਠੱਗੀ ਘਰ ਦਾ ਰੁਜ਼ਗਾਰ ਦੇਣ ਦੀ ਕਿਸਾਨਾਂ ਨਾਲ ਕਰਜ਼ਾ ਤੇ ਲਗੀਰ ਮਾਰਦੀ ਉਹ ਤਾਂ ਲੱਗੀ ਦਲਿਤ ਭਾਈਚਾਰੇ ਦਾ ਬਹੁਤ ਵੱਡੀ ਠੱਗੀ ਹੈ ਦਲਿਤ ਭਾਈਚਾਰੇ ਦੇ ਬੱਚਿਆਂ ਦੇ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਸੀ ਉਹ ਹੋਰ ਨਹੀਂ ਮਹਿਕਮੇ ਦਾ ਵਜ਼ੀਰੇ ਖਾ ਗਿਆ ਉਹਦੇ ਦੋਸ਼ ਮਹਿਕਮੇ ਦੇ ਜਿਹੜਾ ਸੀਨੀਅਰ ਅਧਿਕਾਰੀ ਆ ਉਹਨੇ ਲਾਇਆ ਅਧਿਕਾਰੀ ਜੀ ਬੜਾ ਸੀਨੀਅਰ ਚੀਫ ਸੈਕਟਰੀ ਰੈਂਕ ਦਾ ਅਧਿਕਾਰੀ ਨੇ ਦੋਸ਼ ਲਾਇਆ ਦੁੱਖ ਇਸ ਗੱਲ ਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਥਾਂ ਜਾਂ ਆਪਣੇ ਸੀਨੀਅਰ ਅਧਿਕਾਰੀ ਤੇ ਵਿਸ਼ਵਾਸ ਕਰਨ ਦੀ ਥਾਂ ਕੁਝ ਆਪਣੇ ਜਹੇਤਿਆਂ ਤੋਂ ਇਨਕੁਆਇਰੀ ਕਰਾ ਕੇ ਮੰਤਰੀ ਨੂੰ ਕਲੇਮ ਚਿੱਠ ਦਿੱਤੀ ਤੇ ਉਹਦੇ ਵਿੱਚ ਨਾ ਕੇਵਲ ਦਲਿਤ ਭਾਈਚਾਰੇ ਜਾਂ ਐਸਸੀਬੀਸੀ ਭਾਈਚਾਰੇ ਵਿੱਚ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਦੇ ਵਿੱਚ ਇੱਕ ਰੋਸ ਗੁੱਸਾ ਦੀ ਲਹਿਰ ਚੱਲ ਗਈ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਰੋਸ ਤੇ ਗੁੱਸੇ ਦੀ ਲਹਿਰ ਨੂੰ ਖਾਸ ਤੌਰ ਤੇ ਦਲਿਤ ਭਾਈਚਾਰੇ ਨਾਲ ਹੋ ਰਹੇ ਅਤਿਆਚਾਰ ਆ ਜਿਹੜਾ ਟਾਡੇ ਇੱਕ ਗਰੀਬ ਦਲਿਤ ਬੱਚੀ ਨਾਲ ਜੋ ਹੋਇਆ ਜਬਰ ਜਨਾਹ ਜ਼ਿਆਦਤੀ ਹੋਈ ਆ ਔਰ ਦਲਿਤਾਂ ਨਾਲ ਅਤਿਆਚਾਰ ਹੋ ਰਹੇ ਨੇ ਥਾਂ ਥਾਂ ਤੇ ਹੁਣ ਆਰਥਿਕ ਤੌਰ ਤੇ ਉਹਨਾਂ ਦੀਆਂ ਜੇਬਾਂ ਤੇ ਬੋਝ ਪੈ ਰਿਹਾ ਇਹ ਸਾਰੇ ਦੇ ਵਿਰੁੱਧ ਜਿਹੜੇ ਜ਼ਿੰਮੇਵਾਰ ਲੋਕ ਨੇ ਅਸੀਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਵਜ਼ੀਰ ਦੇ ਮਹਿਕਮੇ ਤੇ ਉਹ ਅਸਤੀਫਾ ਦੇ ਉਹਨਾਂ ਦਾ ਘਰ ਘੇਰੇ ਜਾ ਰਿਹਾ 2 ਤਰੀਕ ਨੂੰ ਨਾਭੇ 9 ਤਰੀਕ ਨੂੰ ਜਿਹੜੇ ਢਾਲੀਵਾਲ ਸਾਹਿਬ ਐਮਐਲਏ ਨੇ ਉਸ ਟਾਈਮ ਅਫਸਰ ਜਿਨ੍ਹਾਂ ਦੀ ਸਹਿਤ ਤੇ ਜਿਨ੍ਹਾਂ ਦੀ ਵਿਧੀ ਭੁਗਤ ਨਾਲ ਜਿਨ੍ਹਾਂ ਦੇ ਮੈਂ ਸਮਝਦਾ ਗਾਈਡੈਂਸ ਨਾਲ ਜੋ ਕਿਹਾ ਜਾ ਰਿਹਾ ਅਖਬਾਰਾਂ 'ਚ ਦੱਸਿਆ ਜਾ ਰਿਹਾ ਮੀਡੀਆ 'ਚ ਆਇਆ ਕਿ ਜੋ ਮੰਤਰੀ ਜੀ ਨੇ ਇਹ ਸਕੈਂਡਲ ਕੀਤਾ ਉਹਦੇ 'ਚ ਇਹਨਾਂ ਦਾ ਕਾਫੀ ਹਿੱਸਾ ਢਾਲੀਵਾਲ ਸਾਹਿਬ ਦਾ 9 ਤਰੀਕ ਨੂੰ ਫਗਵਾੜੇ ਉਹਨਾਂ ਦੇ ਘਰ ਦਾ ਘਰਾਓ ਕੀਤਾ ਜਾਏਗਾ ਇਸੇ ਕਰਕੇ ਅਸੀਂ ਇੱਥੋਂ ਦੇ ਨਵਾਂ ਸ਼ਹਿਰ ਦੇ ਵਿਧਾਇਕ ਨੂੰ ਤਾੜਨਾ ਕੀਤੀ ਆ ਕਿ ਫਗਵਾੜੇ ਤੇ ਨਾਭੇ ਦਾ ਰੋਸ ਫਿਰ ਕਿਤੇ ਨਵੇਂ ਸ਼ਹਿਰ ਨਾ ਆ ਜੇ ਬਚ ਕੇ ਰਹੇ ਸੋ ਸਾਵਧਾਨ ਕਰਨ ਲਈ ਉਹ ਅੱਜ ਆਏ ਆ ਸੋ ਇਹ ਜਿਹੜਾ ਦਲਿਤਾਂ ਦੇ ਵਿਰੁੱਧ ਅਤਿਆਚਾਰ ਧੱਕਾ ਬੇਇਨਸਾਫੀ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਾ ਦਲਿਤ ਭਾਈਚਾਰੇ ਨੂੰ ਇਨਸਾਫ ਦਿਵਾਉਣ ਲਈ ਹੁਣ ਸੜਕਾਂ ਤੇ ਆ ਗਿਆ ਔਰ ਜਦੋਂ ਜਾਇ ਭਾਜਪਾ ਵਾਲੇ ਵੀ ਇਹਦੇ ਵਿਰੁੱਧ ਆਏ ਆ ਕਾਂਗਰਸ ਦੇ ਵਿਰੁੱਧ ਦਲਿਤ ਜਿਹੜੀ ਇਨਸਾਫ ਯਾਤਰਾ ਕੱਢੀ ਜਾ ਰਹੀ ਹੈ ਉਹਨੂੰ ਤੁਸੀਂ ਕਿਹੜੀ ਨਜ਼ਰ ਨਾਲ ਦੇਖਦੇ ਹੋ ਦੇਖੋ ਜਿਹੜਾ ਵੀ ਇਸ ਜਾਤੀ ਤੇ ਨਿਆਂ ਦੇ ਵਿਰੁੱਧ ਲੜੇਗਾ ਅਸੀਂ ਉਹਦਾ ਸਵਾਗਤ ਕਰਾਂਗੇ ਗਰੀਬਾਂ ਨਾਲ ਵੀ ਇਹ ਨੰਬਰ ਸਾਂਝਾ ਤੋਂ ਇਹਨਾਂ ਦੀ ਬਾਤ ਦਾ ਤੋਂ ਇਹਨਾਂ ਨਾਲ ਬੜਾ ਧੱਕਾ ਹੋ ਰਿਹਾ ਸਾਰਾ ਦੱਸੋ ਜੀ ਥੋੜਾ ਉੱਚੀ ਬੋਲੋ ਭਾਜੀ ਉੱਚੀ ਬੋਲੇ ਭਾਈ ਮੁੰਡੇ ਸਾਡੀ ਬੇਨਤੀ ਹੈ ਜੀ ਇਸ ਰਾਜ ਦੇ ਵਿੱਚ ਸਾਡੇ ਹਾਂਜੀ ਕੁਰਸੀਆਂ ਨਾ ਖੜਕਾ ਮੜ ਜਾ 22 ਇਹਨਾਂ ਦੀ ਉਮਰ 22 ਸਾਲ ਸੀ ਉਹ ਇਸ ਰਾਜ ਦੇ ਵਿੱਚ ਗੁਜ਼ਰ ਚੁੱਕੇ ਆ ਇੰਨਾ ਸਾਡੇ ਪਿੰਡ ਨਾਲ ਸਾਡੇ ਘਰਾਂ ਦੇ ਨਾਲ ਧੱਕਾ ਹੋ ਰਿਹਾ ਇੱਕ ਨੌਜਵਾਨ ਮੁੰਡਾ 22 ਸਾਲ ਦਾ ਗੁਜ਼ਰਿਆ ਜਾ ਕੇ ਤੁਹਾਡੇ ਸਾਰਿਆਂ ਦੇ ਧਿਆਨ ਚ ਇਸ ਤਰ੍ਹਾਂ ਇਸ ਪਾਰਟੀ ਦੇ ਵਿੱਚ ਇਸ ਸਰਪੰਚੀ ਦੇ ਵਿੱਚ ਇਸ ਪੰਚਾਇਤ ਦੇ ਵਿੱਚ ਇਸ ਬੰਦੇ ਦੇ ਇਸ ਪਰਿਵਾਰ ਦੇ ਜਿਹੜੇ ਢੇਰ ਪੂਰੇ ਸਗੇ ਜੀਸੀਬੀ ਦੇ ਨਾਲ ਰੋਲੇ ਗਏ ਕਿਸੇ ਨੇ ਨਹੀਂ ਪੁੱਛਿਆ ਵੀ ਜੀਸੀਬੀ ਕਿਹਨੇ ਚਲਾਈ ਹੈ ਕਿੱਦਾਂ ਚੱਲੀ ਹੈ ਕੀ ਇਹਦੇ ਅੱਠ ਕਿੱਥੋਂ ਪਏ ਪਹਿਲਾਂ ਉਹ ਕੀਤਾ ਜੀ ਫਿਰ ਇਸ ਪਰਿਵਾਰ ਦੇ ਉੱਤੇ 25-30 ਬੰਦੇ ਇਕੱਠੇ ਹੋ ਕੇ ਰਾਤ ਨੂੰ ਇਹਨਾਂ ਦੇ ਉੱਤੇ ਢਾਵਾ ਰੋਲਿਆ ਤੇ ਉਸ ਜਿਹੜਾ ਇਹਦਾ ਨੌਜਵਾਨ ਮੁੰਡਾ ਸੀ ਉਹਨੇ ਇਸ ਕਰਕੇ ਜਾਨ ਗਵਾਈ ਫਿਰ ਉਹਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਉਹਨੇ ਆਖਰ ਫਾਹਾ ਹੀ ਲੈ ਲਿਆ ਫਿਰ ਅਸੀਂ ਆਪਣੀ ਕਿਸੇ ਵੀ ਤਰ੍ਹਾਂ ਭਰਾਵਾਂ ਦੇ ਅੱਗੇ ਬੇਨਤੀ ਕੀਤੀ ਸਾਡੀ ਸੁਣਾਈ ਹੋਈ ਆ ਬੰਦਿਆਂ ਦੇ ਵਿੱਚ ਜਿੱਥੇ ਪੋਸਟਮਾਰਟਮ ਹੋ ਗਿਆ ਸੀ ਤਾਂ ਉਹਦੇ ਪਰਚੇ ਹੁਣ ਉਸ ਕੇਸ ਨੂੰ ਦਬਾਉਣ ਦੇ ਲਈ ਇਸ ਪਰਿਵਾਰ ਦੇ ਉੱਤੇ ਜਨਾਨੀਆਂ ਨੇ ਰਾਤ ਨੂੰ ਖੜੇ ਹੋ ਕੇ ਹਮਲਾ ਕੀਤਾ ਝੂਠੇ ਪਰਚੇ ਇੱਕ ਤਰਫੇ ਬਣਾ ਕੇ ਦਿਨ ਚੜ੍ਹਦੇ ਨੂੰ ਇਹ ਕਹਿਤਾ ਫਾਤੇ ਜੀ ਇੱਕ ਤਰਫੇ ਪਰਚੇ ਹੋ ਗਏ ਉਦੋਂ ਪਹਿਲਾਂ ਇਹ ਗੱਲ ਕਹੀ ਗਈ ਧਰਮਸ਼ਾਲਾ ਦੇ ਵਿੱਚ ਸਾਡੇ ਪਿੰਡ ਦੇ ਵਿੱਚ
SHO ਰਾਹੋਂ ਗੁਰਬਖਸ਼ ਸਿੰਘ ASI ਸੇਖੇ ਮਜਾਰਾ ਕਹਿੰਦੇ ਜੀ ਤੁਸੀਂ ਪਿਛਲੇ ਕੇਸ ਦੀ ਨਿਬੇੜੋ ਤਾਂ ਇਹ ਨਿਬੜੂਗੀ। ਦੇਖੋ ਇੱਥੇ ਤੱਕ ਸਾਡੇ ਤੇ ਪ੍ਰੈਸ਼ਰ ਵੱਧ ਰਿਹਾ। ਨੌਜਵਾਨ ਜਿਹੜੀਆਂ ਲੜਕੀਆਂ ਆ ਜਿਹੜੇ 9ਵੀਂ ਚ 10ਵੀਂ ਚ ਪੜ੍ਹਦੀ ਆ ਉਹਨਾਂ ਤੇ ਵੀ ਝੂਠੇ ਪਰਚੇ ਹੋ ਗਏ। ਮੌਕੇ ਦੀ ਸਰਕਾਰ ਕਰਾ ਰਹੀ ਹੈ। MLA ਸਾਹਿਬ ਦਾ ਨਾਮ ਮੁੰਡੇ ਨੇ ਮੂਵੀ ਦੇ ਵਿੱਚ ਵੀ ਲਿਆ ਸੀ। ਇਹ ਨਹੀਂ ਪਤਾ ਕਿਸੇ ਤਰੀਕੇ ਨਾਲ ਜਦੋਂ ਬੰਦਿਆਂ 'ਚ ਗੱਲ ਹੋਈ ਸੀ ਨਿਕਲਿਆ ਜਾਂ ਨਿਕਲਿਆ, ਸਾਨੂੰ ਨਹੀਂ ਪਤਾ ਕਿੱਦਾਂ ਨਿਕਲਿਆ। ਪਰ ਇਸ ਵੇਲੇ ਇਸ ਹਕੂਮਤ ਦੇ ਵਿੱਚ, ਇਸ ਕਾਂਗਰਸ ਦੇ ਵਿੱਚ, ਇਸ ਪਾਰਟੀ ਦੇ ਵਿੱਚ MLA ਸਾਹਿਬ ਦੀ ਮੂਵੀ ਤੁਸੀਂ ਮੁੰਡੇ ਦੀ ਪਹਿਲੀ ਦੇਖ ਲਿਓ ਕਿ ਉਹਦਾ ਨੌਲੇਜ 'ਚ ਬੋਲਦਾ ਕਿ ਨਹੀਂ ਬੋਲਦਾ। ਇਸ ਕਰਕੇ ਸਾਡੀ ਬੇਨਤੀ ਹੈ ਜੀ, ਜਿਹੜੇ ਹੁਣ ਗਰੀਬ ਲੋਕ ਦਿਹਾੜੀ ਕਰਕੇ ਟਾਈਮ ਕੱਢਦੇ ਆ, ਇਹਨਾਂ ਦੀ ਕਿਰਪਾ ਕਰਕੇ ਰੱਖਿਆ ਕਰੋ, ਨਹੀਂ ਤਾਂ ਇਹਨਾਂ ਨੂੰ ਪਿੰਡੋਂ ਕੱਢ ਦਿਓ, ਇੱਥੋਂ ਪੰਜਾਬ 'ਚੋਂ ਕੱਢ ਦਿਓ। ਧੰਨਵਾਦ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਆਜੋ ਭਾਈ ਬਾਰੇ